ਨਮਸਕਾਰ ਦੋਸਤੋ, ਇਲੈਕਟ੍ਰੀਕਲ ਗਿਆਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਨੇ ਆਟੋ ਟਰਾਂਸਫਾਰਮ ਪੜ੍ਹਨਾ ਜੀ। ਦੇਖੋ, ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੀ ਸ਼ੋਰਟੀ ਦਿੰਦਾ, 100% ਸ਼ੋਰਟੀ ਦਿੰਦੇ ਅਸੀਂ ਵੀ ਸਾਰੀ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਇੱਕ ਸਿੰਗਲ ਨੁਮੈਰੀਕਲ ਵੀ ਨਹੀਂ ਅੜ ਸਕਦਾ ਹੈਗਾ। ਇੱਕ ਸਿੰਗਲ ਨੁਮੈਰੀਕਲ ਵੀ ਅੜ ਨਹੀਂ ਸਕਦਾ ਤੁਹਾਡਾ, ਸਾਰੇ ਸੋਲਵ ਹੋਣਗੇ। ਇਹ ਆਪਣੀ ਗਰੰਟੀ ਹੈ ਇਹ ਗੱਲ ਦੀ ਜੀ। ਆਟੋ ਟਰਾਂਸਫਾਰਮਰ ਜਿਨ੍ਹਾਂ ਨੂੰ ਸਭ ਤੋਂ ਭੈੜਾ ਟੌਪਿਕ ਲੱਗਦਾ ਨਾ ਵੀ ਹਾਂ ਯਾਰ ਇਹ ਤਾਂ ਬੜਾ ਔਖਾ ਆਟੋ ਟਰਾਂਸਫਾਰਮਰ, ਉਹਨਾਂ ਦਾ ਇਹ ਫੇਵਰੇਟ ਟੌਪਿਕ ਬਣ ਜੂਗਾ। ਇਹ ਆਪਣੀ ਗਰੰਟੀ ਹੈ ਇਹ ਗੱਲ ਦੀ। ਇੱਕ ਵਾਰੀ ਸਾਰੀ ਵੀਡੀਓ ਦੇਖੋ, ਫਿਰ ਕੁਐਸਚਨ ਕਰਕੇ ਦੇਖਿਓ ਤੁਸੀਂ, ਤੁਹਾਨੂੰ ਟਿੱਚ ਲੱਗਣ ਲੱਗ ਗਿਆ। ਠੀਕ ਹੈ ਜੀ, ਚਲੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਆਟੋ ਟਰਾਂਸਫਾਰਮਰ ਨੂੰ ਵੱਧਦੇ ਹੈਗੇ। ਦੇਖੋ, ਇਹ ਹੈਗਾ ਆਪਣੇ ਕੋਲ 2 ਵਾਈਂਡਿੰਗ ਟਰਾਂਸਫਾਰਮਰ, ਇਹ ਹੈਗਾ ਆਟੋ ਟਰਾਂਸਫਾਰਮਰ। ਠੀਕ ਹੈ ਜੀ, 2 ਵਾਈਂਡਿੰਗ ਟਰਾਂਸਫਾਰਮਰ ਦੇ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਦਾ ਕੋਈ ਕਨੈਕਸ਼ਨ ਨਹੀਂ ਹੁੰਦਾ ਹੈਗਾ। ਇਹਨਾਂ ਨੂੰ ਅਲੱਗ-ਅਲੱਗ ਰੱਖਿਆ ਹੁੰਦਾ। ਪ੍ਰਾਇਮਰੀ ਨੂੰ ਇੱਕ ਅਲੱਗ ਸਾਈਡ ਰੱਖਿਆ ਹੁੰਦਾ, ਸੈਕੰਡਰੀ ਨੂੰ ਅਲੱਗ ਸਾਈਡ ਰੱਖਿਆ ਹੁੰਦਾ। ਇਲੈਕਟ੍ਰੀਕਲੀ ਜਮ੍ਹਾਂ ਨਹੀਂ ਕਨੈਕਟ ਹੁੰਦੇ, ਪਰ ਇਹ ਮੈਗਨੈਟਿਕਲੀ ਕਨੈਕਟ ਹੁੰਦੀਆਂ ਨੇ। ਇੱਕ ਫਲਕਸ ਦੇ ਥਰੂ ਇਹ ਮੈਗਨੈਟਿਕਲੀ ਕਨੈਕਟ ਹੁੰਦੀਆਂ ਨੇ। ਆਟੋ ਟਰਾਂਸਫਾਰਮਰ ਹੁੰਦਾ ਜਿਹੜਾ, ਇਹ ਦੋਵੇਂ ਤਰ੍ਹਾਂ ਨਾਲ ਹੀ ਕਨੈਕਟ ਹੁੰਦਾ ਗਾ। ਇਹ ਇਲੈਕਟ੍ਰੀਕਲੀ ਕਨੈਕਸ਼ਨ ਵੀ ਹੈਗਾ ਇਹਦਾ। ਦੇਖੋ, ਇੱਕ ਹੀ ਕੋਰ ਹੈਗੀ, ਇਸੇ ਕੋਰ ਦੇ ਉੱਪਰ ਸਿਰਫ ਇੱਕ ਵਾਈਂਡਿੰਗ ਲਪੇਟੀ ਹੋਈ ਹੈਗੀ, ਇੱਕ ਹੀ ਵਾਈਂਡਿੰਗ। ਇਹਦੇ 'ਚੋਂ ਆਪਾਂ ਨੇ ਪ੍ਰਾਇਮਰੀ ਦੇ ਕਨੈਕਸ਼ਨ ਕੱਢ ਲਏ, ਇਹਦੇ 'ਚ ਆਪਾਂ ਨੇ ਸੈਕੰਡਰੀ ਦੇ ਕਨੈਕਸ਼ਨ ਕੱਢ ਲਏ। ਇਹ ਆਪਣੇ ਕੋਲ ਬਣ ਗਿਆ ਆਟੋ ਟਰਾਂਸਫਾਰਮਰ। ਦੋਵੇਂ ਤਰੀਕੇ ਨਾਲ ਕਨੈਕਟ ਹੈਗਾ ਇਹ, ਮੈਗਨੈਟਿਕਲੀ ਵੀ ਅਤੇ ਇਲੈਕਟ੍ਰੀਕਲੀ ਵੀ। ਹੁਣ ਆਪਾਂ ਬਾਅਦ 'ਚੋਂ ਦੇਖਾਂਗੇ ਇਹ ਕਿਵੇਂ ਕਨੈਕਸ਼ਨ ਹੁੰਦੇ ਨੇ ਇਹਦੇ, ਵੀ ਕਿਵੇਂ ਇਹ ਇਲੈਕਟ੍ਰੀਕਲੀ ਕਨੈਕਟ ਹੁੰਦਾ, ਕਿਵੇਂ ਇਹ ਮੈਗਨੈਟਿਕਲੀ ਕਨੈਕਟ ਹੁੰਦਾ ਹੈਗਾ। ਇਸ ਤੋਂ ਪਹਿਲਾਂ ਆਪਾਂ ਇਹ ਡਾਇਗਰਾਮ ਨੂੰ ਦੇਖਦੇ ਹਾਂ। ਆਪਾਂ ਇਹ ਡਾਇਗਰਾਮ ਹੈਗੀ ਤਾਂ ਇੱਕ ਹੀ ਕੋਰ ਹੈ, ਇੱਕ ਹੀ ਕੋਰ ਦੇ ਉੱਪਰ ਆਹ ਵਾਈਂਡਿੰਗ ਲਪੇਟੀ ਹੋਈ ਹੈਗੀ, ਪਰ ਆਪਾਂ ਨੂੰ ਇਹਨੂੰ ਚੰਗੀ ਤਰ੍ਹਾਂ ਵਿਜ਼ੂਅਲਾਈਜ਼ ਕਰਨ ਵਾਸਤੇ ਇਹਨੂੰ ਆਪਾਂ ਨੇ ਥੋੜ੍ਹਾ ਜਿਹਾ ਸੈਪਰੇਸ਼ਨ ਦਿਖਾਤੀ ਦੀ, ਵੀ ਇੱਥੋਂ ਆਪਣੇ ਕੋਲ ਆਪਣੇ ਕੋਲ ਸੈਕੰਡਰੀ ਬਣ ਗਈ, ਆਹ ਆਪਣੇ ਕੋਲ ਕੀ ਬਣ ਗਈ, ਪ੍ਰਾਇਮਰੀ ਬਣ ਗਈ। ਠੀਕ ਹੈ ਜੀ, ਆਹ ਜਿਹੜੀਆਂ ਇੰਨੀਆਂ ਟਰਨਾਂ ਨੇਗੀਆਂ ਇਹ ਸੈਕੰਡਰੀ ਦੇ ਹਿੱਸੇ ਹੁੰਦੀਆਂ ਨੇਗੀਆਂ। ਆਹ ਜਿਹੜੀਆਂ ਸਾਰੀਆਂ ਟਰਨਾਂ ਨੇਗੀਆਂ, ਜੇ ਇੱਧਰੋਂ ਦੇਖਿਆ ਜਾਵੇ, ਆਹ ਦੇਖੋ, ਜੇ ਇੱਧਰੋਂ ਦੇਖਿਆ ਜਾਵੇ ਆਹ ਜਿਹੜੀਆਂ ਇੰਨੀਆਂ ਟਰਨਾਂ ਹੋਣਗੀਆਂ N1, ਇਹ ਆਪਣੇ ਕੋਲ ਪ੍ਰਾਇਮਰੀ ਦੇ ਹਿੱਸੇ ਆਉਂਦੇ ਨੇ। ਜਿਹੜੀ ਆਹ ਇੰਨੀਆਂ ਟਰਨਾਂ ਨੇਗੀਆਂ ਇਹ ਆਪਣੇ ਹਿੱਸੇ ਆਉਂਦੀਆਂ ਨੇ ਸੈਕੰਡਰੀ ਦੇ। ਇਹ ਚੰਗੀ ਤਰ੍ਹਾਂ ਆਪਾਂ ਨੇ ਨਾ ਇਹਨੂੰ ਸਮਝਣ ਵਾਸਤੇ ਤਾਂ ਅਲੱਗ-ਅਲੱਗ ਕੀਤਾ, ਵੈਸੇ ਹੈਗੀ ਇੱਕ ਹੀ ਵਾਈਂਡਿੰਗ ਹੈਗੀ। ਠੀਕ ਹੈ ਜੀ, ਚਲੋ ਹੁਣ ਆਪਾਂ ਚੱਲਦੇ ਹਾਂ ਅੱਗੇ। EMF ਇੰਡਿਊਸ ਦਾ ਆਪਾਂ ਨੇ ਇੱਕ ਫਾਰਮੂਲਾ ਪੜ੍ਹਿਆ ਸੀ, 4.445x 5FN। ਜਿੰਨੀਆਂ ਨੰਬਰ ਆਫ ਟਰਨਸ ਜ਼ਿਆਦਾ ਹੋਣਗੀਆਂ ਉਨੀ ਹੀ ਆਪਣੇ ਕੋਲ EMF ਇੰਡਿਊਸ ਕੀ ਹੋਊਗੀ, ਜ਼ਿਆਦਾ ਹੋਊਗੀ। ਦੇਖੋ, ਇੱਧਰ ਨੰਬਰ ਆਫ ਟਰਨਸ ਕਿੰਨੀ ਹੈ, ਜ਼ਿਆਦਾ ਨੇ ਨਾ, N1 ਕਿ ਨਹੀਂ, ਨੰਬਰ ਆਫ ਟਰਨ ਜ਼ਿਆਦਾ ਨਹੀਂ, ਤਾਂ ਇੱਧਰ ਵੋਲਟੇਜ ਕੀ ਵੱਧ ਪੈਦਾ ਹੋਊਗੀ, ਵੱਧ ਵੋਲਟੇਜ ਪੈਦਾ ਹੋਊਗੀ ਨਾ। ਜੇ ਇੱਧਰ ਵੱਧ ਵੋਲਟੇਜ ਪੈਦਾ ਹੋਊਗੀ ਨੰਬਰ ਆਫ ਟਰਨ ਜ਼ਿਆਦਾ ਕਰਕੇ, ਇੱਧਰ ਟਰਨਾਂ ਕੀ ਨਹੀਂ ਘੱਟ ਨਹੀਂ, ਤਾਂ ਇੱਧਰ ਜਿਹੜੀ ਪੈਦਾ ਹੋਣ ਵਾਲੀ ਵੋਲਟੇਜ ਉਹ ਕੀ ਹੋਊਗੀ, ਘੱਟ ਹੋਊਗੀ। ਇੱਧਰ ਆ V1 ਵੱਧ ਹੋਊਗੀ ਅਤੇ V2 ਘੱਟ ਹੋਊਗੀ। ਅਗਲੀ ਗੱਲ ਟਰਾਂਸਫਾਰਮਰ ਦੇ ਵਿੱਚ ਕੀ ਹੁੰਦੀ ਹੈ, ਇਹਦੇ 'ਚ ਪਾਵਰ ਅਤੇ ਫ੍ਰੀਕੁਐਂਸੀ ਇਹ ਚੇਂਜ ਨਹੀਂ ਹੋਇਆ ਕਰਦੇ ਹੈਗੇ, ਇਹ ਸੇਮ ਹੀ ਰਹਿੰਦੇ ਹੁੰਦੇ ਨੇ ਹਮੇਸ਼ਾ। ਮੰਨ ਲਓ ਪਾਵਰ ਇੱਧਰ ਆਪਣੇ ਕੋਲ 15 kVA, ਤਾਂ ਸੈਕੰਡਰੀ ਸਾਈਡ ਵੀ ਪਾਵਰ ਕਿੰਨੀ ਹੋਊਗੀ, 15 kVA ਹੀ ਹੋਊਗੀ, ਇਹਨੂੰ ਚੇਂਜ ਨਹੀਂ ਹੁੰਦੀ। ਫ੍ਰੀਕੁਐਂਸੀ ਆਪਣੀ ਸੇਮ ਹੀ ਰਹੂਗੀ। ਠੀਕ ਹੈ ਜੀ, ਇੰਨੀ ਗੱਲ ਕਲੀਅਰ ਹੋ ਗਈ। ਹੁਣ ਜਿਹੜਾ ਇਹਦੇ ਵਿੱਚ ਲੰਘਣ ਵਾਲਾ ਕਰੰਟ ਹੋਊਗਾ, ਜੇ ਪਾਵਰ ਸੇਮ ਹੋਊਗੀ, ਜੇ ਇੱਧਰ ਵੋਲਟੇਜ ਜ਼ਿਆਦਾ ਹੈਗੀ, ਠੀਕ ਹੈ ਜੀ, ਤਾਂ ਇੱਥੇ ਜਿਹੜਾ ਲੰਘਣ ਵਾਲਾ ਕਰੰਟ ਹੋਊਗਾ I1, ਉਹਦੀ ਵੈਲਿਊ ਕੀ ਹੋਊਗੀ, ਘੱਟ ਹੋਊਗੀ। ਉਹਦਾ ਮੈਗਨੀਟਿਊਡ ਕਹਿ ਸਕਦੇ ਹਾਂ, ਉਹਦਾ ਮੈਗਨੀਟਿਊਡ ਕੀ ਹੋਊਗਾ, ਘੱਟ ਹੋਊਗਾ। ਜਿਹੜਾ I2 ਹੋਊਗਾ, I2 ਲੰਘਣ ਵਾਲਾ ਕਰੰਟ ਹੈ, ਜੇ ਵੋਲਟੇਜ ਘੱਟ ਹੈ ਤਾਂ I2 ਦੀ ਵੈਲਿਊ ਕੀ ਹੋਊਗੀ, ਜ਼ਿਆਦਾ ਹੋਊਗੀ। ਇੰਨਾ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਜੀ, ਇੰਨੀ ਗੱਲ ਕਲੀਅਰ ਹੋ ਗਈ। ਠੀਕ ਹੈ ਜੀ, ਜੇ ਆਹ ਵਾਈਂਡਿੰਗ ਦੇ ਵਿੱਚ ਲੰਘਣ ਵਾਲਾ ਕਰੰਟ I1 ਹੈ, ਜੇ ਆਹ ਵਾਈਂਡਿੰਗ ਦੇ ਵਿੱਚ ਲੰਘਣ ਵਾਲਾ ਕਰੰਟ I1 ਹੈ, ਇਹ ਕਰੰਟ ਕਿੱਧਰ ਨੂੰ ਜਾ ਰਿਹਾ, ਨੀਚੇ ਨੂੰ ਜਾ ਰਿਹਾ ਨਾ, ਤਾਂ ਜਿਹੜਾ ਇੱਥੋਂ ਦੀ ਲੰਘਣ ਵਾਲਾ ਕਰੰਟ ਹੋਊਗਾ, ਇਹਦੇ ਵਿੱਚ ਇੱਧਰ ਤਾਂ I2 ਲੰਘ ਗਿਆ, ਇੱਧਰੋਂ I1 ਆਇਆ ਵਾਈਂਡਿੰਗ ਵਿੱਚ ਦੀ ਲੰਘਦਾ ਹੋਇਆ, I2 ਇੱਧਰ ਲੰਘ ਗਿਆ। ਜੇ I2 ਇੱਧਰ ਲੰਘਿਆ ਤਾਂ ਆਹ ਜਿਹੜੀਆਂ ਟਰਨਾਂ ਹੋਣਗੀਆਂ, ਆਹ ਟਰਨਾਂ ਵਿੱਚ ਦੀ ਕਿੰਨਾ ਕਰੰਟ ਲੰਘੂਗਾ। ਦੇਖੋ, I2 ਇੱਧਰ ਲੰਘ ਗਿਆ ਨਾ, ਇੱਥੇ ਕੋਈ ਨਾ ਕੋਈ ਲੋਡ ਵੀ ਤਾਂ ਕਨੈਕਟ ਹੋਊਗਾ। ਇਹਦੇ ਵਿੱਚ ਦੀ ਲੰਘਣ ਵਾਲਾ ਕਰੰਟ ਕੀ ਹੋਊਗਾ, ਉਹਦੀ ਡਾਇਰੈਕਸ਼ਨ ਇੱਧਰ ਨੂੰ ਹੋਊਗੀ। ਕਿਉਂ ਹੋਊਗੀ, I2 ਮਾਈਨਸ I1 ਕਰਕੇ, ਕਿਉਂਕਿ I2 ਦੀ ਵੈਲਿਊ ਕੀ ਹੈਗੀ, ਜ਼ਿਆਦਾ ਹੈ ਨਾ। I1 ਕਰੰਟ ਇੱਧਰੋਂ ਆ ਰਿਹਾ ਹੈਗਾ, I1 ਦੀ ਵੈਲਿਊ ਘੱਟ ਹੈਗੀ, ਜਿਹੜਾ I2 ਦੀ ਵੈਲਿਊ ਕੀ ਹੈਗੀ, ਜ਼ਿਆਦਾ ਕਰੰਟ ਦੀ, ਤਾਂ ਕਰਕੇ ਜਿਹੜੀ ਇਹਦੀ ਡਾਇਰੈਕਸ਼ਨ ਹੈਗੀ ਉੱਪਰ ਨੂੰ ਹੋ ਜੂਗੀ। I2 ਮਾਈਨਸ I1 ਆਪਾਂ ਲਿਖ ਲਾਂਗੇ, ਹਾਈ ਵੈਲਿਊ ਆਫ ਕਰੰਟ ਮਾਈਨਸ ਲੋ ਵੈਲਿਊ ਆਫ ਕਰੰਟ। ਇੰਨੀ ਗੱਲ ਆਪਾਂ ਨੂੰ ਸਭ ਨੂੰ ਕਲੀਅਰ ਹੋ ਗਈ। ਠੀਕ ਹੈ, ਚਲੋ ਹੁਣ ਆਪਾਂ ਵੱਧਦੇ ਹਾਂ ਅੱਗੇ ਨੂੰ। ਅਗਲੀ ਜਿਹੜੀ ਦੇਖਦੇ ਆਪਾਂ ਗੱਲ, ਉਹ ਹੁੰਦੀ ਹੈਗੀ ਗੱਲ ਟਰਾਂਸਫੋਰਮੇਸ਼ਨ ਰੇਸ਼ੋ ਦੀ। ਦੇਖੋ, ਇਹਨੂੰ ਡਿਨੋਟ ਕਾਹਦੇ ਨਾਲ ਕਰਦੇ ਹਾਂ, ਟਰਾਂਸਫੋਰਮੇਸ਼ਨ ਰੇਸ਼ੋ ਨੂੰ ਇਹਨੂੰ ਡਿਨੋਟ ਕਰਦੇ ਹਾਂ K ਨਾਲ। K ਦੀ ਵੈਲਿਊ ਕੀ ਹੋਊਗੀ ਆਪਣੇ ਕੋਲ, V2 ਡਿਵਾਈਡ ਬਾਈ V1 ਇਜ਼ ਇਕੁਅਲ ਟੂ N2 ਡਿਵਾਈਡ ਬਾਈ N1 ਇਜ਼ ਇਕੁਅਲ ਟੂ I1 ਡਿਵਾਈਡ ਬਾਈ I2। ਇਹ ਆਪਣੇ ਕੋਲ ਹੁੰਦੀ ਹੈ ਜੀ ਕਾਹਦੀ ਰੇਸ਼ੋ,
ट्रांसफॉर्मेशन रेशो हुण आ गई गल टर्न रेशो की। जिहड़ी टर्न रेशो हुंदी आ वो की हुंदी है अपोजिट हुंदी है ट्रांसफॉर्मेशन रेशो का अपोजिट हुंदी है। मतलब की है 1/k इज इक्वल टू फिर फार्मूला की बनूगा ये अपोजिट होणगे ना उल्टे होणगे सारे v1 डिवाइड बाई v2 इज इक्वल टू n1 डिवाइड बाई n2 इज इक्वल टू i2 डिवाइड बाई i1। ये अपने को बन जू जी टर्न रेशो बन जू जी। ये अपने को बन गई टर्न रेशो बन गई। चलो हुण आपां अगे नूं वध देंगे मोस्ट इंपोर्टेंट पॉइंट बारे डिस्कस करते हैं आपां। जिहड़ी आटो ट्रांसफार्मर दे विच टर्न रेशो होगी आटो ट्रांसफार्मर दे विच जिहड़ी टर्न रेशो होगी वो मिनीमम होनी चाहिए है। मिनीमम घट तो घट होनी चाहिए है। जिन्नी टर्न रेशो घट तो घट होगी ना जिन्नी टर्न रेशो घट होगी उन्नी उहदी KVA ज़्यादा होगी। देख लो तुसीं परते आके अगे मैं क्वेश्चन कराऊंगा मैं तुहानूं टर्न रेशो बारे नहीं दसूंगा ठीक है किते भी उसका जिक्र नहीं करूँगा पर तुसीं ने आप उत्थे वीडियो रोक के चैक करना है कनैक्शनां नूं फिजिबल जिहड़े कनैक्शन फिजिबल होणगे ठीक है उहदी टर्न रेशो देखनी है तो दूजे दी जिहड़ा कनैक्शन फिजिबल नहीं होगा उहदी टर्न रेशो देखनी है। KVA सिर्फ उहदी ज़्यादा आऊगी जिहदी अपने कोल टर्न रेशो की होगी घट तो घट होगी। चैक करके देखो मैं जमां नहीं दसदा किते भी मैं जान के नहीं दसदा ये सिर्फ तुहाडे वास्ते काम है इहनूं करके देखियो तुसीं ठीक है जी। हुण टर्न रेशो का फार्मूला तो तुहानूं पता ही है ना की हुंदा टर्न रेशो का फार्मूला जे अपने कोले K ट्रांसफॉर्मेशन रेशो का फार्मूला अपने कोले हुंदा है v2 डिवाइड बाई v1 इज इक्वल टू n2 डिवाइड बाई n1 इज इक्वल टू i1 डिवाइड बाई i2। तो अपने को जी ट्रांसफॉर्मेशन रेशो का ये होगी हुण जी टर्न रेशो की होगी अपने को v1 डिवाइड बाई v2 इज इक्वल टू n1 डिवाइड बाई n2 इज इक्वल टू i2 डिवाइड बाई i1। तुसीं ने हमेशा ही क्वेश्चन स्टार्ट हो गया जो अपना क्वेश्चन ठीक है उत्थे वीडियो रोकनी है तो नाल दी नाल तुसीं ने टर्न रेशो चैक करनी है। टर्न रेशो चैक करनी है फिजिबल कनैक्शनां दी भी ते जिहड़े फिजिबल नहीं होणगे उहदी कनैक्शनां दी भी। उत्थे तुसीं की पाओगे जिहड़ी दी टर्न रेशो घट होगी जिहड़े कनैक्शन दी टर्न रेशो घट तो घट होगी उहदी KVA देखियो तुसीं कितनी ज़्यादा होगी उहदी KVA उन्नी ही ज़्यादा होगी वध होगी उहदी KVA ठीक है जी। ये मोस्ट इंपोर्टेंट पॉइंट सीगा। लो जी हुण तक आपां ने दो गल्लां पढ़ गए एक तो इंट्रोडक्शन थोड़ी बहुती जिहड़ी दसनी सी आटो ट्रांसफार्मर की दूजी गल आपां ने पढ़ी हैगी ट्रांसफॉर्मेशन रेशो ते टर्न रेशो। हुण तीजी गल पढ़दे आपां पावर की। आटो ट्रांसफार्मर दे विच दो तरीके नाल पावर ट्रांसफर हुंदी है जी। एक तां मैगनैटिकली जां मैगनैटिकली नूं की कह सकदे आपां इंडक्टिवली पावर ट्रांसफर है ना ते एक होगी इलैक्ट्रिकली नूं की कहांगे आपां भी कंडक्टिवली जिहड़ी पावर ट्रांसफर होगी कंडक्टिवली का मतलब है सीधा जोड़ लग्या हैगा इलैक्ट्रिकली कनैक्ट हैगी सीधा जोड़ लग्या हैगा उत्थों आपां जिहड़ी पावर ट्रांसफर करिए ठीक है जी। तो मैगनैटिकली किहड़ी होगी जिवें आपां टू वाइंडिंग ट्रांसफार्मर दे विच पावर नूं ट्रांसफर कर दिंदे ठीक है जी। हुण जिहड़ियां आ नंबर ऑफ टर्नां ने A ते B जिहड़ियां नंबर ऑफ टर्नां ने जिहड़ी पावर इन्हां दे थ्रू ट्रांसफर होगी उहनूं आपां कहांगे कंडक्टिवली। देखो इहदा सीधा कनैक्शन है ना इत्थे उहनूं आपां कहांगे पावर ट्रांसफर कंडक्टिवली किहड़ी होगी वो A ते B वाली जिन्ना करंट इहदे विच दी लंघिया ते जिन्नी इहदी टर्नां दी वोल्टेज है जिन्नी ये टर्नां दी वोल्टेज है ते जिन्ना इहदे विच दी करंट लंघण लग रहा उहनूं आपां किहड़ी पावर कहांगे उहनूं आपां कंडक्टिवली पावर कहांगे। ते इंडक्टिवली किहड़ी होगी मैगनैटिकली किहड़ी होगी जिहड़ा C ते D कनैक्शन आ गया जिहड़ी आ टर्नां आ गईयां C ते D वालियां इन्हां दे विच दी लंघण वाला करंट ते इन्हां दी वोल्टेज इन्हां विच दी लंघण वाला करंट ते इन्हां दी टर्नां दी वोल्टेज है वो की होगी पावर किहड़ी ट्रांसफर होगी ਉਹਦਾ नाम की कहांगे आपां इंडक्टिवली पावर ट्रांसफर है ना। ये भी गल अपने को हुण क्लीयर हो गई ठीक है जी। ਇਹਦਾ फार्मूला हुंदा एक फार्मूला याद रखना तुहानूं जरूरी है एक फार्मूला याद करांगे वध नहीं करांगे सिर्फ ये फार्मूला है जिहड़ा याद रखना जरूरी है। ये भी कोई बड़ा लंबा चौड़ा फार्मूला नहीं है छोटा ही है फार्मूला। हुण देखो जी ਇਹਦੇ आपां दो फार्मूले करांगे फार्मूले सौखे ही नेगे यही याद करने पैणगे होर कुछ नहीं याद करना पैंदा तुहानूं। जिहड़ी पावर कंडक्टिव होगी ਉਹਦਾ फार्मूला होगा अपने कोल पावर कंडक्टिव इज इक्वल टू पावर इनपुट इंटू के की है और आटो ट्रांसफार्मर की ट्रांसफॉर्मेशन रेशो ठीक है जी। ये होगी पावर कंडक्टिव का फार्मूला। हुण पावर इंडक्टिव का फार्मूला की होगा पावर इनपुट इंटू 1 माइनस के ये अपने को फार्मूला आ गया जी पावर इंडक्टिव जी ट्रांसफर होगी वह फार्मूला है पावर इनपुट गुणा
1 ਮਾਈਨਸ ਕੇ। ਦੋ ਫਾਰਮੂਲੇ ਆਪਾਂ ਨੂੰ ਯਾਦ ਹੋ ਗਏ। ਹੁਣ ਵੱਧਦੇ ਹਾਂ ਅੱਗੇ ਨੂੰ ਆਪਾਂ। ਠੀਕ ਹੈ ਜੀ, ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਪਾਵਰ ਜਿਹੜੀ ਟਰਾਂਸਫਰ ਹੁੰਦੀ ਹੈਗੀ ਆਟੋ ਟਰਾਂਸਫਾਰਮਰ ਦੇ ਵਿੱਚ ਦੋ ਤਰੀਕੇ ਨਾਲ ਹੁੰਦੀ ਹੁੰਦੀ ਹੈ, ਇਲੈਕਟ੍ਰੀਕਲੀ ਅਤੇ ਮੈਗਨੈਟਿਕਲੀ, ਇੰਡਕਟਿਵਲੀ ਜਾਂ ਕੰਡਕਟਿਵਲੀ। ਠੀਕ ਹੈ ਜੀ, ਉਹਨਾਂ ਦੇ ਫਾਰਮੂਲੇ ਵੀ ਆਪਾਂ ਨੂੰ ਪਤਾ ਲੱਗ ਗਏ, ਉਹ ਕਿਵੇਂ ਹੁੰਦੀ ਉਹ ਵੀ ਆਪਾਂ ਨੇ ਦੇਖ ਲਈ। ਹੁਣ ਚੱਲਦੇ ਹਾਂ ਅੱਗੇ ਨੂੰ। ਲਓ ਜੀ, ਅਗਲਾ ਜਿਹੜਾ ਟੌਪਿਕ ਆ ਉਹ ਆਪਾਂ ਨੇ ਪੜ੍ਹਨਾ ਕਾਪਰ ਸੇਵਿੰਗ ਦਾ। ਕਾਪਰ ਆਟੋ ਟਰਾਂਸਫਾਰਮਰ ਦੇ ਵਿੱਚ ਕਿੰਨਾ ਸੇਵ ਹੋਊਗਾ। ਸਭ ਤੋਂ ਪਹਿਲਾਂ ਤਾਂ 2 ਵਾਈਂਡਿੰਗ ਟਰਾਂਸਫਾਰਮਰ ਨਾਲ ਇਹਨੂੰ ਕੰਪੇਅਰ ਕਰਾਂਗੇ, ਹੈ ਨਾ। ਇਹੀ ਗੱਲ ਹੁੰਦੀ ਹੈਗੀ, ਇਹਦੇ ਨਾਲ ਕੰਪੇਅਰ ਕਰ ਦਿੰਦੇ ਹੈਗੇ। ਜਦੋਂ ਆਪਾਂ ਨੇ 2 ਵਾਈਂਡਿੰਗ ਟਰਾਂਸਫਾਰਮਰ ਨੂੰ ਆਟੋ ਟਰਾਂਸਫਾਰਮਰ ਦੇ ਵਿੱਚ ਰੀਬਾਊਂਡ ਕੀਤਾ ਹੈਗਾ, ਆਹ ਜਿਹੜੀ ਮੰਨ ਲਓ ਪ੍ਰਾਇਮਰੀ ਵਾਈਂਡਿੰਗ ਹੈ, ਆਹ ਆਪਣੇ ਕੋਲ ਸੈਕੰਡਰੀ ਵਾਈਂਡਿੰਗ ਹੈ। ਪ੍ਰਾਇਮਰੀ ਵਾਈਂਡਿੰਗ ਨੂੰ ਇੱਥੇ ਰੱਖ ਲਿਆ, ਸੈਕੰਡਰੀ ਵਾਈਂਡਿੰਗ ਨੂੰ ਉੱਪਰ ਰੱਖਤਾ। ਠੀਕ ਹੈ ਜੀ, ਉਹੀ ਆਪਣੇ ਕੋਲ ਨੰਬਰ ਆਫ ਟਰਨਾਂ ਨੇਗੀਆਂ, ਉਹੀ ਮਟੀਰੀਅਲ ਹੈਗਾ, ਉਨੀ ਉਹਦੀ ਰੇਜ਼ਿਸਟੈਂਸ ਹੈਗੀ। ਠੀਕ ਆ, ਉਨੀ ਉਹਦਾ ਏਰੀਆ ਹੈਗਾ, ਉਨੀ ਉਹਦੀ ਲੈਂਥ ਹੈਗੀ। ਇੱਕ ਵਾਈਂਡਿੰਗ ਹੈ ਮੰਨ ਲਓ, ਪ੍ਰਾਇਮਰੀ ਵਾਈਂਡਿੰਗ ਮੰਨ ਲਓ ਚਾਹੇ ਸੈਕੰਡਰੀ ਮੰਨ ਲਓ, ਜਿਹੜੀ ਆਹ ਪ੍ਰਾਇਮਰੀ ਵਾਈਂਡਿੰਗ ਹੈ ਸੇਮ ਦੀ ਸੇਮ ਡਿੱਟੋ ਚੱਕ ਕੇ ਆਪਾਂ ਨੇ ਪ੍ਰਾਇਮਰੀ 'ਤੇ ਰੱਖਤੀ, ਸੈਕੰਡਰੀ ਸੇਮ ਦੀ ਸੇਮ ਚੱਕ ਕੇ ਆਪਾਂ ਨੇ ਡਿੱਟੋ ਸੈਕੰਡਰੀ 'ਤੇ ਰੱਖਤੀ। ਠੀਕ ਹੈ ਜੀ, ਹੁਣ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ, ਉਨੀ ਨੰਬਰ ਆਫ ਟਰਨਾਂ ਨਹੀਂ ਆ, ਉਹੀ ਏਰੀਆ ਹੈਗਾ, ਠੀਕ ਆ, ਉਹੀ ਲੈਂਥ ਹੈਗੀ, ਉਹੀ ਉਹਦੀ ਰੇਜ਼ਿਸਟੈਂਸ ਹੈ, ਕੀ ਇੱਧਰ ਜਾ ਕੇ ਕਾਪਰ ਦੀ ਸੇਵਿੰਗ ਹੋਊਗੀ। ਆਟੋ ਟਰਾਂਸਫਾਰਮਰ ਦੇ ਵਿੱਚ ਕੀ ਜਾ ਕੇ ਕਾਪਰ ਦੀ ਸੇਵਿੰਗ ਹੋਊਗੀ, ਕਦੇ ਨਹੀਂ ਹੁੰਦੀ ਹੈਗੀ। ਠੀਕ ਹੈ ਜੀ, ਉਹਦੇ 'ਚ ਜਿਹੜੇ ਕਾਪਰ ਦੇ ਲੋਸ ਨੇ ਨਾ, ਕਾਪਰ ਦੇ ਲੋਸ ਉਹ ਵੀ ਸੇਮ ਹੋਣਗੇ, ਉਹ ਵੀ ਨਹੀਂ ਚੇਂਜ ਹੁੰਦੇ ਹੈਗੇ, ਕਿਉਂਕਿ ਉਨੀ ਰੇਜ਼ਿਸਟੈਂਸ ਇੱਧਰ ਹੈ, ਉਨੀ ਰੇਜ਼ਿਸਟੈਂਸ ਇੱਧਰ ਹੈਗੀ, ਕੁਛ ਨਹੀਂ ਚੇਂਜ ਹੋਇਆ ਹੈਗਾ, ਕੁਛ ਵੀ ਨਹੀਂ ਚੇਂਜ ਹੋਇਆ, ਕੁਛ ਵੀ। ਜਿੰਨਾ ਕਰੰਟ ਇਹਦੇ ਵਿੱਚ ਦੀ ਲੰਘਣ ਲੱਗ ਰਿਹਾ ਨਾ, ਜਿੰਨਾ ਕਰੰਟ ਇਹ ਵਾਈਂਡਿੰਗ ਵਿੱਚ ਦੀ ਲੰਘੂਗਾ ਪ੍ਰਾਇਮਰੀ ਵਾਈਂਡਿੰਗ ਵਿੱਚ ਦੀ, ਉਨੀ ਕਰੰਟ ਇੱਥੇ ਆਹ ਵਾਈਂਡਿੰਗ ਵਿੱਚ ਦੀ ਲੰਘੂਗਾ। ਜਿੰਨਾ ਕਰੰਟ ਆਹ ਸੈਕੰਡਰੀ ਵਾਈਂਡਿੰਗ ਵਿੱਚ ਦੀ ਲੰਘੂਗਾ, ਉਹਨਾਂ ਕਰੰਟ ਆਹ ਸੈਕੰਡਰੀ ਵਾਈਂਡਿੰਗ ਵਿੱਚ ਦੀ ਲੰਘੂਗਾ। ਨਾ ਤਾਂ ਕਾਪਰ ਲੋਸ ਚੇਂਜ ਹੋਣਗੇ, ਫਿਰ ਆਪਾਂ ਕਹਿੰਦੇ ਕਿਉਂ ਆ ਵੀ ਕਾਪਰ ਦੀ ਸੇਵਿੰਗ ਹੋਊਗੀ। ਦੇਖੋ ਇਹ ਕਹਿੰਦੇ ਕਿਉਂ ਆਂਗੇ, ਆਹ ਦੇਖੋ ਮੰਨ ਲਓ ਇਹ 20 kVA ਦਾ ਟਰਾਂਸਫਾਰਮਰ ਹੈਗਾ, ਇੱਥੇ ਆਪਣੇ ਕੋਲ 100 ਵੋਲਟ ਹੈਗੀ, ਇੱਥੇ ਆਪਣੇ 100 ਵੋਲਟ ਹੈ, ਇੱਧਰ ਆਪਣੇ ਕੋਲ ਕੋਈ ਨਾ ਕੋਈ ਕਰੰਟ ਲੰਘ ਰਿਹਾ ਹੈਗਾ। ਦੇਖੋ ਜੇ ਆਪਾਂ ਨੇ ਕੰਪੈਰੀਜ਼ਨ ਕਰਨਾ ਨਾ ਕਾਪਰ ਦਾ, ਵੀ ਕਿੰਨਾ ਕਾਪਰ ਸੇਵ ਹੋਇਆ ਆਟੋ ਟਰਾਂਸਫਾਰਮਰ ਦੇ ਵਿੱਚ, ਆਪਾਂ ਨੂੰ ਕਿਵੇਂ ਕਰਨਾ ਪਊਗਾ, ਆਪਾਂ ਨੂੰ ਕੀ ਕਰਨਾ ਪਊ, ਬਾਜ਼ਾਰ 'ਚੋਂ 2 ਟਰਾਂਸਫਾਰਮਰ ਲਿਆਉਣੇ ਪੈਣਗੇ। ਠੀਕ ਹੈ, 20 kV ਦਾ ਟਰਾਂਸਫਰ ਹੋਵੇ, 2 ਵਾਈਂਡਿੰਗ ਵੀ, ਅਤੇ ਆਟੋ ਵੀ 20 ਦਾ ਹੀ ਹੋਣਾ ਚਾਹੀਦਾ ਹੈਗਾ। ਆਟੋ ਟਰਾਂਸਫਰ ਵੀ ਆਪਣੇ ਕੋਲ 20 kV ਦਾ ਹੋਣਾ ਚਾਹੀਦਾ ਹੈਗਾ। ਜਿੰਨੀ ਉਹਦੀ ਪ੍ਰਾਇਮਰੀ ਦੀ ਵੋਲਟੇਜ ਹੈਗੀ 20 kV ਵਾਲੀ ਦੀ 2 ਵਾਈਂਡਿੰਗ ਦੀ, ਜਿੰਨੀ ਪ੍ਰਾਇਮਰੀ ਦੀ ਵੋਲਟੇਜ ਉਨੀ ਆਟੋ ਦੀ ਉਹ ਵੀ ਆਪਣੇ ਕੋਲ ਕਿੰਨੀ ਹੋਣੀ ਚਾਹੀਦੀ ਹੈਗੀ, ਪ੍ਰਾਇਮਰੀ ਦੀ 100 ਵੋਲਟ ਹੀ ਹੋਣੀ ਚਾਹੀਦੀ ਹੈ। ਜੇ ਇਹਦੀ 100 ਵੋਲਟ ਹੈ ਤਾਂ ਇਹਦੀ ਵੀ 100 ਵੋਲਟ ਹੋਣੀ ਚਾਹੀਦੀ ਹੈ। ਜਿੰਨਾ ਇਹਦੇ 'ਚੋਂ I1 ਕਰੰਟ ਲੰਘ ਰਿਹਾ, ਉਨਾ ਹੀ I2 ਇਹਦੇ ਵਿੱਚੋਂ ਲੱਗਣਾ ਚਾਹੀਦਾ ਹੈਗਾ। ਜਿੰਨੀ ਉਰੇ ਸੈਕੰਡਰੀ ਦੀ ਵੋਲਟੇਜ ਹੋਊਗੀ, ਜਿੰਨੀ ਸੈਕੰਡਰੀ ਦੀ ਵੋਲਟੇਜ ਹੋਊਗੀ, ਉਹੀ ਆਪਣੇ ਕੋਲ ਸੇਮ ਹੋਣੀ ਚਾਹੀਦੀ ਹੈ ਆਟੋ 'ਚ ਵੀ। ਜਿੰਨਾ ਆਟੋ ਦੇ ਵਿੱਚੋਂ ਸੈਕੰਡਰੀ 'ਚੋਂ ਕਰੰਟ ਲੰਘੂਗਾ, ਉਨਾ ਹੀ ਆਟੋ 'ਚੋਂ ਇੱਧਰੋਂ ਸੈਕੰਡਰੀ 'ਚੋਂ ਕਰੰਟ ਲੰਘਣਾ ਚਾਹੀਦਾ ਹੈਗਾ। ਤਾਂ ਕਿਤੇ ਜਾ ਕੇ ਆਪਾਂ ਕਾਪਰ ਸੇਵਿੰਗ ਦੇਖ ਸਕਦੇ ਹੈਗੇ। ਇੱਕ ਗੱਲ ਹੋਰ, ਜਦੋਂ ਇਹਨੂੰ ਤੁਸੀਂ ਚੱਕ ਕੇ ਦੇਖੋਗੇ ਨਾ ਦੋਵੇਂ ਟਰਾਂਸਫਾਰਮਰ ਨੂੰ ਚੱਕ ਕੇ ਦੇਖੋਗੇ, ਤਾਂ ਤੁਹਾਨੂੰ ਜਿਹੜਾ ਆਟੋ ਟਰਾਂਸਫਾਰਮਰ ਹੈਗਾ, ਆਟੋ ਟਰਾਂਸਫਾਰਮਰ ਤੁਹਾਨੂੰ ਹਲਕਾ ਲੱਗੂਗਾ ਐਜ਼ ਕੰਪੇਅਰ ਟੂ 2 ਵਾਈਂਡਿੰਗ ਟਰਾਂਸਫਾਰਮਰ। ਠੀਕ ਹੈ ਜੀ, ਹੁਣ ਆਪਾਂ ਦੇਖ ਸਕਦੇ ਹਾਂ ਵੀ ਕਾਪਰ ਦੀ ਸੇਵਿੰਗ ਕਿੰਨੀ ਹੋਊਗੀ। ਪਹਿਲਾਂ ਨਹੀਂ ਦੇਖ ਸਕਦੇ, ਜਦੋਂ ਆਪਾਂ ਨੇ ਰੀਬਾਊਂਡ ਹੀ ਕਰਤਾ ਯਾਰ, ਫਿਰ ਕੀ ਹੋਊਗਾ, ਉਹ 'ਚ ਕੁਛ ਨਹੀਂ ਚੇਂਜ ਹੁੰਦਾ ਹੈਗਾ, ਉਹੀ ਵਾਈਂਡਿੰਗਾਂ ਨੇ ਉਹੀ ਚੱਕ ਕੇ ਇੱਧਰ ਰੱਖਦੀ ਆਪਾਂ ਨੇ। ਸਮਝ ਆਈ ਗੱਲ। ਚਲੋ ਜੀ, ਹੁਣ ਆਪਾਂ ਅਗਲਾ ਟੌਪਿਕ ਪੜ੍ਹਦੇ ਹੈਗੇ। ਚਲੋ ਜੀ, ਹੁਣ 1-2 ਗੱਲਾਂ ਪੁੱਛੀਆਂ ਸਾਨੂੰ ਆਟੋ ਟਰਾਂਸਫਾਰਮਰ ਦੇ ਵਿੱਚੋਂ। ਜਿਹੜੀ ਆਹ ਵਾਈਂਡਿੰਗ ਹੁੰਦੀ ਹੈ ਨਾ, ਪ੍ਰਾਇਮਰੀ ਅਤੇ ਸੈਕੰਡਰੀ, ਆਹ ਜਿਹੜੀ ਆ ਇੰਨੀ ਵਾਈਂਡਿੰਗ ਹੋ ਗਈ, ਇੰਨੀ ਵਾਈਂਡਿੰਗ ਆ, ਇਹ ਆਪਣੀਆਂ ਹੋ ਗਈਆਂ N1 ਟਰਨਾਂ। ਜਿਹੜੀਆਂ ਆਹ ਇੰਨੀਆਂ ਕੁ ਟਰਨਾਂ ਹੋ ਗਈਆਂ, ਇਹ ਹੋ ਗਈਆਂ ਆਪਣੀਆਂ N2 ਟਰਨਾਂ। ਠੀਕ ਹੈ ਜੀ, ਜਿਹੜੀਆਂ ਆਹ ਟਰਨਾਂ ਆ ਗਈਆਂ ਨਾ, ਆਹ ਇੰਨਾ ਹਿੱਸਾ ਆ ਗਿਆ ਟਰਨਾਂ ਦਾ, ਆਹ ਇੰਨਾ ਹਿੱਸਾ ਆ ਗਿਆ, ਇਹ ਕਾਮਨ ਆ ਗਿਆ ਆਪਣੇ ਕੋਲ, ਹੈ ਨਾ। ਇਹ ਕਾਮਨ ਆ ਗਿਆ, ਪ੍ਰਾਇਮਰੀ 'ਚ ਵੀ ਆਉਂਦਾ, ਸੈਕੰਡਰੀ 'ਚ ਵੀ ਆਉਂਦਾ, ਇਹ ਦੋਵਾਂ ਦਾ ਕਾਮਨ ਆ ਗਿਆ ਹਿੱਸਾ ਆਪਣੇ ਕੋਲ। ਸਪੋਜ਼ ਕਰੋ ਆਪਣੇ ਕੋਲੇ ਇੱਥੋਂ ਆਹ ਇੰਨੀ ਤਾਰ ਟੁੱਟ ਗਈ, ਕਹਿਣ ਦਾ ਭਾਵ ਜਿਹੜੀ ਵਾਈਂਡਿੰਗ ਹੈਗੀ ਉਹ ਇੱਥੋਂ ਟੁੱਟ ਗਈ, ਕਾਮਨ ਹਿੱਸੇ ਦੇ ਵਿੱਚੋਂ ਵਾਈਂਡਿੰਗ ਟੁੱਟ ਗਈ। ਜੇ ਪ੍ਰਾਇਮਰੀ ਸਾਈਡ ਆਪਣੇ ਕੋਲ ਮੰਨ ਲਓ ਇੱਥੇ 100 ਵੋਲਟ ਸੀ, ਤਾਂ ਸੈਕੰਡਰੀ ਸਾਈਡ ਇੱਥੇ ਆਹ ਟਰਮੀਨਲ ਦੇ ਉੱਪਰ ਆਪਾਂ ਨੂੰ ਹੁਣ ਕਿੰਨੀ ਵੋਲਟੇਜ ਮਿਲੂਗੀ, ਦੱਸੋ, ਸੋਚੋ ਮਾੜਾ ਜਿਹਾ, ਜਵਾਬ ਦਿਓ ਇਹਦਾ ਕੀ ਆਊਗਾ ਆਨਸਰ। ਜਿਹੜੀ ਇੱਥੇ ਮਿਲਣ ਵਾਲੀ ਵੋਲਟੇਜ ਹੋਊਗੀ, ਕਿਉਂਕਿ
करंट इत्थों ਚੱਲਿਆ ना, करंट इत्थों ਚੱਲਿਆ वाइंडिंग ਦੇ ਵਿੱਚ ਜਾਂਦਾ 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 करंट ਇੱਧਰ ਲੰਘ ਗਿਆ, ਇੱਧਰ करंट ਪਾਸ ਹੀ ਨਹੀਂ ਹੋਇਆ ਹੈਗਾ। ਤਾਂ ਆਪਾਂ ਕਹਿ ਸਕਦੇ ਹਾਂ ਵੀ ਇੱਥੇ ਜਿੰਨੀ ਵੋਲਟੇਜ ਇੱਥੇ ਸੀ ਓਪਨ ਸਰਕਟ ਹੋ ਗਿਆ ਇੱਥੋਂ ਵਿੱਚੋਂ, ਜਿੰਨੀ ਵੋਲਟੇਜ ਇੱਥੇ ਸੀ ਇੱਥੇ ਕਿੰਨੀ ਵੋਲਟੇਜ ਪੀਰ ਹੋਊਗੀ, 100 ਵੋਲਟ ਹੀ ਪੀਰ ਹੋਊਗੀ। ਮੰਨ ਲਓ ਅਗਲਾ ਉਹ ਕੁਐਸਚਨ ਪੁੱਛ ਲੈਂਦਾ ਗਾ, ਉਹ ਕਹਿੰਦਾ ਗਾ ਵੀ ਹੁਣ ਜਿਹੜੀ ਬਾਈਂਡਿੰਗ ਟੁੱਟੀ ਹੈ, ਤਾਰ ਟੁੱਟੀ ਹੈ, ਉਹ ਇੱਥੋਂ ਟੁੱਟ ਗਈ, ਇੱਥੋਂ ਟੁੱਟ ਗਈ, ਹੁਣ ਦੱਸੋ ਇੱਥੇ ਕਿੰਨੀ ਵੋਲਟੇਜ ਪੀਰ ਹੋਊਗੀ। ਹੁਣ ਕਿੰਨੀ ਵੋਲਟੇਜ ਪੀਰ ਹੋਊਗੀ ਸੋਚੋ, ਜਦੋਂ ਇੱਥੋਂ ਜਾਣ ਵਾਲਾ ਕਰੰਟ ਹੀ ਇੱਧਰੋਂ ਪਾਸ ਨਾ ਹੋ ਸਕਿਆ, ਇੱਥੋਂ ਜਾਣ ਵਾਲਾ ਕਰੰਟ ਇੱਥੋਂ ਤਾਰ ਹੀ ਟੁੱਟ ਗਈ, ਤਾਂ ਇੱਥੇ ਵੋਲਟੇਜ ਕੀ ਪੈਦਾ ਹੋਊਗੀ, ਕੋਈ ਵੋਲਟੇਜ ਨਹੀਂ ਪੈਦਾ ਹੁੰਦੀ ਇੱਥੇ। ਠੀਕ ਹੈ ਜੀ, ਆਪਾਂ ਕਹਿ ਸਕਦੇ ਹਾਂ ਇੱਥੇ ਕਿੰਨੀ ਵੋਲਟੇਜ ਪੈਦਾ ਹੋਊਗੀ, 0 ਵੋਲਟੇਜ ਪੈਦਾ ਹੋਊਗੀ। ਜੇ ਕਾਮਨ ਬਾਈਂਡਿੰਗ ਟੁੱਟਦੀ ਫਿਰ ਤਾਂ ਆਪਣੇ ਕੋਲ ਕਰੰਟ ਬਾਈਪਾਸ ਹੋ ਕੇ ਫਿਰ ਇੱਥੇ ਤੱਕ ਪਹੁੰਚ ਜਾਂਦਾ ਸੀਗਾ, ਤਾਂ ਹੀ ਆਪਣੇ ਕੋਲ 100 ਵੋਲਟ ਆਉਂਦੀ ਸੀ। ਹੁਣ ਕਰੰਟ ਹੀ ਨਹੀਂ ਪਹੁੰਚਿਆ ਹੈਗਾ, ਕਰੰਟ ਹੀ 0 ਹੋ ਗਿਆ, ਕਰੰਟ 0 ਹੋ ਗਿਆ ਤਾਂ ਆਪਣੇ ਕੋਲ ਵੋਲਟੇਜ ਵੀ ਕੀ ਨਹੀਂ ਹੋ ਜੂਗੀ, 0 ਹੋ ਜੂਗੀ। ਇੱਥੇ ਆਪਣੇ ਕੋਲ ਵੋਲਟੇਜ ਹੀ ਨਹੀਂ ਪਹੁੰਚਣੀ ਹੈਗੀ। ਗੱਲ ਕਲੀਅਰ ਹੋ ਗਈ। ਚਲੋ ਹੁਣ ਆਪਾਂ ਅੱਗੇ ਨੂੰ ਵਧਦੇ ਹਾਂ ਨਿਊਮੈਰੀਕਲਾਂ ਨੂੰ, ਹੁਣ ਦੇਖਦੇ ਹਾਂ ਨਿਊਮੈਰੀਕਲ ਕਰਕੇ। ਚਲੋ ਜੀ ਇਹ ਕੁਐਸਚਨ ਦੇਖਦੇ ਆਪਾਂ, ਇਹ ਸਿੰਗਲ ਫੇਸ ਟਰਾਂਸਫਾਰਮਰ ਹੈਜ਼ ਰੇਟਿੰਗ 15 kVA 600/120 ਵੋਲਟ, ਇਟ ਇਜ਼ ਰੀਕਨੈਕਟਡ ਐਜ ਆਟੋ ਟਰਾਂਸਫਾਰਮਰ। ਇਹਨੂੰ ਆਟੋ ਟਰਾਂਸਫਾਰਮਰ ਦੇ ਵਿੱਚ ਆਪਾਂ ਨੇ ਰੀਕਨੈਕਟ ਕਰਤਾ ਜਿਹੜਾ 2 ਵਾਈਂਡਿੰਗ ਟਰਾਂਸਫਾਰਮਰ ਹੈਗਾ। ਠੀਕ ਹੈ ਜੀ, ਚਲੋ ਪਹਿਲਾਂ ਆਪਾਂ ਇਹਦੀ ਡਾਇਗਰਾਮ ਬਣਾਉਣਾ, ਫਿਰ ਦੇਖਦੇ ਹਾਂ ਅੱਗੇ। ਡਾਇਗਰਾਮ ਆਪਣੇ ਕੋਲ ਤਿਆਰ ਹੋ ਗਈ ਹੈ 2 ਵਾਈਂਡਿੰਗ ਟਰਾਂਸਫਾਰਮਰ ਦੀ। ਇਹਨਾਂ ਨੇ ਕਿਹਾ ਸੀ 15 kVA ਦਾ ਟਰਾਂਸਫਾਰਮਰ ਹੈ, 15 kVA ਦਾ ਆਪਾਂ ਨੇ ਟਰਾਂਸਫਾਰਮਰ ਬਣਾਤਾ। 600 ਵੋਲਟ ਪ੍ਰਾਇਮਰੀ ਨੂੰ ਦਿੱਤੀ ਸੀ, ਸੈਕੰਡਰੀ ਨੂੰ ਕਿੰਨੀ ਦਿੱਤੀ ਹੈ, ਸੌਰੀ ਇੱਥੇ ਕਿੰਨੀ ਵੋਲਟੇਜ ਆਊਗੀ, 120 ਵੋਲਟ ਹੈ ਨਾ, 120 ਕਿਹਾ ਨਾ ਇਹਨੇ, ਇੱਥੇ ਕਿੰਨੀ ਆ ਜੂਗੀ, 120 ਵੋਲਟ ਆ ਜੂਗੀ। ਜਿਹੜੀ ਆ ਡਾਟ ਜਿਹੀ ਲਾਈਨ ਨੇ ਨਾ, ਇਹਨਾਂ ਦਾ ਵੀ ਸਮਝਾਉਣਾ ਤੁਹਾਨੂੰ ਕੀ ਚੱਕਰ ਹੁੰਦਾ ਹੈਗਾ। ਜਦੋਂ 2 ਵਾਈਂਡਿੰਗ ਟਰਾਂਸਫਾਰਮਰ ਨੂੰ ਆਪਾਂ ਨੇ ਰੀਕਨੈਕਟ ਕਰਨਾ ਹੈਗਾ ਜਾਂ ਰੀਬਾਊਂਡ ਕਰਨਾ ਜਾਂ ਰੀਕਨੈਕਟ ਕਰਨਾ ਹੈਗਾ ਆਟੋ ਟਰਾਂਸਫਾਰਮਰ ਦੇ ਵਿੱਚ, ਤਾਂ ਕੁਝ ਗੱਲਾਂ ਦਾ ਆਪਾਂ ਨੂੰ ਬਹੁਤ ਖਾਸ ਖਿਆਲ ਰੱਖਣਾ ਪੈਂਦਾ ਹੁੰਦਾ ਹੈਗਾ। ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ 2 ਵਾਈਂਡਿੰਗ ਟਰਾਂਸਫਾਰਮਰ ਨੂੰ ਆਟੋ ਟਰਾਂਸਫਾਰਮਰ ਦੇ ਵਿੱਚ ਕਨਵਰਟ ਕਰਨ ਜਾ ਰਹੇ ਹੋਗੇ ਜਾਂ ਰੀਕਨੈਕਟ ਕਰਨ ਜਾ ਰਹੇ ਹੋ, ਸਭ ਤੋਂ ਪਹਿਲਾ ਸਟੈਪ ਪੱਲੇ ਬੰਨ ਲਓ ਇਹ ਤਾਂ ਗੱਲ, ਸਭ ਤੋਂ ਪਹਿਲਾ ਸਟੈਪ ਆਪਾਂ ਨੇ ਕੀ ਕਰਨਾ, ਮੋਸਟ ਇੰਪੋਰਟੈਂਟ ਸਟੈਪ, ਕਰੰਟ ਕੱਢਣਾ ਆਪਾਂ ਨੇ। ਪ੍ਰਾਇਮਰੀ ਦਾ ਕਰੰਟ ਇਹਦਾ ਕੀ ਹੋਊਗਾ ਤੇ ਇਹਦਾ ਸੈਕੰਡਰੀ ਦਾ ਕਰੰਟ ਕੀ ਹੋਊਗਾ, ਇਹ ਆਪਾਂ ਨੂੰ ਕਿਵੇਂ ਪਤਾ ਲੱਗੂਗਾ, ਕਰੰਟ ਕਿਵੇਂ ਪਤਾ ਲੱਗੂ, I1 ਕਿਵੇਂ ਪਤਾ ਲੱਗੂ ਆਪਾਂ ਨੂੰ, KVA ਡਿਵਾਈਡ ਬਾਈ ਵੋਲਟੇਜ ਹੈ ਨਾ। ਤਾਂ ਆਪਾਂ ਇੱਥੇ ਜਾਂ ਵੋਲਟ ਐਂਪੀਅਰ ਕਹਿ ਲਓ, ਇੱਥੇ ਵੋਲਟੇਜ ਐਂਪੀਅਰ ਲਿਖ ਲਓ। ਇੱਥੇ ਆਪਣੇ ਕੋਲ ਕਿੰਨੀ ਹੈ, 15 kVA, 15000 kV ਨੂੰ ਹਟਾ ਕਿਲੋ ਨੂੰ ਹਟਾਤਾ ਆਪਾਂ ਨੇ, VA ਬਣਾਤਾ, ਡਿਵਾਈਡ ਬਾਈ ਕਰੰਟ ਕਿੰਨਾ, ਵੋਲਟੇਜ ਕਿੰਨੀ ਹੈ 600, ਡਿਵਾਈਡ ਬਾਈ ਵੋਲਟੇਜ ਕਿੰਨੀ 600, 2 0 ਨਾਲ 2 0 ਕੱਢ ਗਏ, ਕਿੰਨਾ ਆ ਜੂਗਾ ਜੀ, ਕਿੰਨਾ ਆ ਜੂਗਾ ਜੀ, 150 ਡਿਵਾਈਡ ਕਰੇ 6 ਨਾਲ, 150 ਡਿਵਾਈਡ ਬਾਈ 6, 25 ਐਂਪੀਅਰ ਕਰੰਟ ਆ ਜੂਗਾ। ਤਾਂ ਇੱਥੋਂ ਦੀ ਜਾਣ ਵਾਲਾ ਕਰੰਟ ਕਿੰਨਾ ਹੋਊ ਜੀ, 25 ਐਂਪੀਅਰ। ਹੁਣ ਦੇਖਦੇ ਹਾਂ ਇਹਦੇ ਵਿੱਚ ਦੀ ਜਾਣ ਵਾਲਾ ਕਰੰਟ ਕਿੰਨਾ ਹੋਊਗਾ, I2 ਕਿਵੇਂ ਕੱਢਾਂਗੇ, ਇਜ਼ ਇਕੁਅਲ ਟੂ KVA VA ਡਿਵਾਈਡ ਬਾਈ ਵੋਲਟੇਜ, ਸੈਕੰਡਰੀ ਦੀ ਵੋਲਟੇਜ, ਇੱਥੇ ਪ੍ਰਾਇਮਰੀ ਦੀ ਵੋਲਟੇਜ ਸੀਗੀ, ਕਿਵੇਂ ਨਿਕਲੂ ਜੀ, 15000 ਡਿਵਾਈਡ ਬਾਈ ਵੋਲਟੇਜ ਕਿੰਨੀ ਹੈਗੀ 120। ਚਲੋ ਜੀ ਕਰ ਦਿਓ ਸੋਲਵ ਨੂੰ, 0 ਨਾਲ 0 ਕੈਂਸਲ ਹੋ ਗਿਆ, 1500 ਡਿਵਾਈਡ ਬਾਈ 12, 1500 ਡਿਵਾਈਡ ਬਾਈ 12 ਕਿੰਨਾ ਆ ਜੂਗਾ ਜੀ, 125 ਐਂਪੀਅਰ ਦਾ ਕਰੰਟ ਇੱਧਰ ਆ ਜੂਗਾ। ਇੱਧਰ ਦੀ ਜਾਣ ਵਾਲਾ ਕਰੰਟ ਕਿੰਨਾ ਹੋ ਗਿਆ ਜੀ, 125 ਐਂਪੀਅਰ। ਸਭ ਤੋਂ ਪਹਿਲਾ ਸਟੈਪ ਆਪਾਂ ਨੇ ਕੰਪਲੀਟ ਕਰ ਚੁੱਕੇ ਆਪਾਂ। ਜਦੋਂ ਵੀ ਆਪਾਂ ਨੂੰ ਕਹੂਗਾ 2 ਵਾਈਂਡਿੰਗ ਟਰਾਂਸਫਾਰਮਰ ਨੂੰ ਜੀ ਰੀਕਨੈਕਟ ਕਰਕੇ ਆਟੋ ਬਣਾ ਦਿਓ, ਤਾਂ ਆਪਣੇ ਕੋਲ ਸਭ ਤੋਂ ਪਹਿਲਾ ਸਟੈਪ ਕੀ ਹੋਊਗਾ, ਇਹਨਾਂ ਦਾ ਕਰੰਟ ਕੱਢਣਾ, ਪ੍ਰਾਇਮਰੀ ਦਾ ਕਰੰਟ ਕੱਢ ਲਓ ਤੇ ਸੈਕੰਡਰੀ ਦਾ ਕਰੰਟ ਕੱਢ ਲਓ। ਇੰਨੀ ਗੱਲ ਹੋ ਗਈ ਕਲੀਅਰ, ਆਪਾਂ ਨੇ ਇਹ ਕੰਮ ਕਰ ਲਿਆ। ਹੁਣ ਦੂਜਾ ਸਟੈਪ ਕੀ ਹੈ ਆਪਣਾ, ਡਾਇਗਰਾਮ। ਕਾਹਦੀ ਡਾਇਗਰਾਮ ਬਣਾਉਣੀ ਹੈ, ਆਟੋ ਟਰਾਂਸਫਾਰਮਰ ਦੀ। ਡਾਇਗਰਾਮ ਬਣਾਉਣ ਤੋਂ ਪਹਿਲਾਂ ਜਿਹੜੇ ਇਹਦੇ ਕਨੈਕਸ਼ਨ ਹੁੰਦੇ ਨੇਗੇ, ਜਿਹੜੇ ਆਪਾਂ ਇੱਥੇ ਆਟੋ ਟਰਾਂਸਫਾਰਮਰ ਦੇ ਕਨੈਕਸ਼ਨ ਕਰਨੇ ਨੇਗੇ, ਉਹ 2 ਤਰ੍ਹਾਂ ਨਾਲ ਹੁੰਦੇ ਨੇਗੇ। ਕਨੈਕਸ਼ਨ ਹੁੰਦੇ ਨੇ ਜਿਹੜੇ 2 ਤਰ੍ਹਾਂ ਨਾਲ ਹੁੰਦੇ ਨੇ। ਇੱਕ ਤਾਂ ਪਹਿਲੇ ਕਨੈਕਸ਼ਨ ਹੋਣਗੇ ਐਡਿਟਿਵ ਪੋਲੈਰਿਟੀ ਦੇ, ਐਡਿਟਿਵ ਪੋਲੈਰਿਟੀ। ਜਿਹੜੇ ਦੂਜੇ ਕਨੈਕਸ਼ਨ ਹੋਣਗੇ ਉਹ ਹੋਣਗੇ ਆਪਣੇ ਕੋਲ ਸਬਟਰੈਕਟਿਵ ਪੋਲੈਰਿਟੀ ਦੇ। ਪਹਿਲੇ ਕਨੈਕਸ਼ਨ ਐਡਿਟਿਵ ਪੋਲੈਰਿਟੀ ਦੇ ਹੋਣਗੇ, ਦੂਜੇ ਕਨੈਕਸ਼ਨ ਕਾਹਦੇ ਹੋਣਗੇ, ਸਬਟਰੈਕਟਿਵ ਪੋਲੈਰਿਟੀ ਦੇ ਹੋਣਗੇ। ਠੀਕ ਹੈ ਜੀ, ਆਪਾਂ ਨੇ ਇਹਨਾਂ ਦੇ ਵਿੱਚੋਂ ਸਿਰਫ ਐਡਿਟਿਵ ਪੋਲੈਰਿਟੀ ਦੇ ਕਨੈਕਸ਼ਨ ਪੜ੍ਹਨੇ ਨੇ। ਪੜ੍ਹਨੇ ਤਾਂ ਸਬਟਰੈਕਟਿਵ ਦੇ ਵੀ ਸੌਖੇ ਨੇ, ਇਹੀ ਜਿਹੀ ਗੱਲ ਨਹੀਂ, ਕੋਈ ਔਖੇ ਨਹੀਂ, ਸੌਖੀ ਨਹੀਂ ਜਮਾਂ, ਪਰ ਇਹਨਾਂ ਦੀ ਆਪਾਂ ਨੂੰ ਲੋੜ ਹੀ ਨਹੀਂ ਪੈਂਦੀ ਹੈਗੀ ਸਬਟਰੈਕਟਿਵ ਪੋਲੈਰਿਟੀ ਦੇ ਕਨੈਕਸ਼ਨਾਂ ਦੀ, ਆਪਾਂ ਨੂੰ ਐਡਿਟਿਵ ਪੋਲੈਰਿਟੀ ਦੇ ਕਨੈਕਸ਼ਨਾਂ ਦੀ ਲੋੜ ਪੈਂਦੀ ਹੁੰਦੀ ਹੈਗੀ। ਠੀਕ ਹੈ ਜੀ, ਆਪਾਂ ਐਡਿਟਿਵ ਪੋਲੈਰਿਟੀ ਦੇ ਕਨੈਕਸ਼ਨ ਪੜ੍ਹਾਂਗੇ। ਐਡਿਟਿਵ ਪੋਲੈਰਿਟੀ ਦੇ ਵਿੱਚ ਵੀ 2 ਤਰ੍ਹਾਂ ਨਾਲ ਕਨੈਕਸ਼ਨ ਹੁੰਦੇ ਨੇਗੇ। ਐਡਿਟਿਵ ਪੋਲੈਰਿਟੀ ਦੇ ਵਿੱਚ ਵੀ 2 ਤਰ੍ਹਾਂ ਨਾਲ ਕਨੈਕਸ਼ਨ ਹੁੰਦੇ ਨੇਗੇ। ਇਹਨਾਂ 'ਚੋਂ ਆਪਾਂ ਨੇ ਚੈੱਕ ਕਰਨਾ ਹੁੰਦਾ ਹੈਗਾ ਵੀ ਕਨੈਕਸ਼ਨ ਫਿਜ਼ੀਬਲ ਕਿਹੜੇ ਨੇਗੇ, ਸੰਭਵ ਕਨੈਕਸ਼ਨ ਕਿਹੜੇ ਨੇਗੇ। ਆਪਾਂ ਕਹਿ ਸਕਦੇ ਹਾਂ ਵੀ ਸੰਭਵ ਕਨੈਕਸ਼ਨ ਦੋਵਾਂ 'ਚੋਂ ਕਿਹੜਾ ਹੈਗਾ, ਕਿਹੜੇ ਕਨੈਕਸ਼ਨ ਨਾਲ ਆਪਾਂ ਵੱਧ ਤੋਂ ਵੱਧ
KVA ਲੈ ਸਕਦੇ ਹਾਂ ਜਦੋਂ ਆਪਾਂ ਟੂ ਵਾइंडिंग ट्रांसफार्मर ਨੂੰ ਆਟੋ ਟਰਾਂਸਫਾਰਮਰ ਦੇ ਵਿੱਚ ਕਨਵਰਟ ਕਰੀਏ ਜਾਂ ਟੂ ਵਾइंडिंग ट्रांसफार्मर ਨੂੰ ਆਟੋ ਟਰਾਂਸਫਾਰਮਰ ਦੇ ਵਿੱਚ ਰੀਕਨੈਕਟ ਕਰੀਏ ਤਾਂ ਵੱਧ ਤੋਂ ਵੱਧ KVA ਕਿਹੜੇ ਤਰੀਕੇ ਨਾਲ ਆ ਸਕਦੇ, ਕਿਹੜੇ ਕਨੈਕਸ਼ਨ ਨਾਲ ਆ ਸਕਦੇ, ਕਿਹੜੇ ਕਨੈਕਸ਼ਨ ਫਿਜ਼ੀਬਲ ਹੋਣਗੇ, ਉਹ ਚੀਜ਼ ਆਪਾਂ ਨੇ ਹੁਣ ਦੇਖਣੀ ਹੈ ਜੀ। ਠੀਕ ਹੈ, ਇਹੀ ਐਗਜ਼ਾਮਪਲ ਲਵਾਂਗੇ, ਇਹੀ ਐਗਜ਼ਾਮਪਲ ਹੋਗੀ, ਇਸ ਨੂੰ ਕਰਕੇ ਦੇਖਦੇ ਹਾਂ ਦੋ ਤਰੀਕੇ ਨਾਲ ਇਹਨਾਂ ਕਨੈਕਸ਼ਨਾਂ ਨੂੰ ਆਪਾਂ ਜੋੜ ਸਕਦੇ ਹਾਂ। ਠੀਕ ਹੈ ਜੀ, ਲਓ ਜੀ ਹੁਣ ਆਪਾਂ ਨੇ ਦੇਖਣਾ ਗਾ ਐਡਿਟਿਵ ਪੋਲੈਰਿਟੀ ਦੇ ਵਿੱਚ ਫਿਜ਼ੀਕਲ ਕਨੈਕਸ਼ਨ ਕਿਹੜੇ ਹੋਣਗੇ। ਠੀਕ ਹੈ ਜੀ, ਦੋ ਤਰ੍ਹਾਂ ਦੇ ਕਨੈਕਸ਼ਨ ਹੋਣਗੇ ਇਹਦੇ ਵਿੱਚ ਵੀ ਐਡਿਟਿਵ ਪੋਲੈਰਿਟੀ ਦੇ ਵਿੱਚੋਂ। ਪਹਿਲਾ ਕਨੈਕਸ਼ਨ ਦੇਖਦੇ ਹਾਂ ਆਪਾਂ। ਪਹਿਲੇ ਕਨੈਕਸ਼ਨ ਦੇ ਵਿੱਚ ਕੀ ਕਰਾਂਗੇ ਆਪਾਂ, ਜਿਹੜੀ ਆ ਪ੍ਰਾਇਮਰੀ ਹੋਊਗੀ, ਆਹ ਸੈਕੰਡਰੀ ਹੋਊਗੀ ਨਾ, ਪ੍ਰਾਇਮਰੀ ਨੂੰ ਆਪਾਂ ਫਿਕਸ ਕਰ ਦਾਂਗੇ। ਆਹ ਜਿਹੜੀ ਪ੍ਰਾਇਮਰੀ ਹੈ ਇਹਨੂੰ ਆਪਾਂ ਨੇ ਫਿਕਸ ਕਰਤਾ। ਠੀਕ ਹੈ ਜੀ, ਪ੍ਰਾਇਮਰੀ ਨੂੰ ਫਿਕਸ ਕਰਾਂਗੇ ਜਦੋਂ ਆਪਾਂ ਤਾਂ ਇਹਦੇ ਟਰਮੀਨਲ ਇੱਥੋਂ ਕੱਢ ਲਾਂਗੇ ਆਪਾਂ, ਪ੍ਰਾਇਮਰੀ ਦੇ ਟਰਮੀਨਲ ਬਾਹਰ ਕੱਢ ਲਏ। ਤੇ ਸੈਕੰਡਰੀ ਕੀ ਹੋਊਗੀ, ਜਿਹੜੀ ਸੈਕੰਡਰੀ ਆਪਾਂ ਨੂੰ ਬਣਾਉਣੀ ਪਊਗੀ। ਜਿਹੜੀ ਆਹ ਸੈਕੰਡਰੀ ਵਾइंडिंग ਹੈਗੀ, ਸੈਕੰਡਰੀ ਵਾइंडिंग ਨੂੰ ਚੱਕ ਕੇ ਇਹਦੇ ਉੱਪਰ ਰੱਖ ਦਾਂਗੇ। ਟੂ ਵਾइंडिंग ਟਰਾਂਸਫਾਰਮਰ ਦੀ ਜਿਹੜੀ ਪ੍ਰਾਇਮਰੀ ਵਾइंडिंग ਨੂੰ ਤਾਂ ਆਪਾਂ ਫਿਕਸ ਕਰ ਲਿਆ, ਜਿਹੜੀ ਦੂਜੀ ਵਾइंडिंग ਦੀ 120 ਵਾਲੀ ਉਹਨੂੰ ਚੱਕ ਕੇ ਇਹਦੇ ਉੱਪਰ ਰੱਖਤਾ, ਰੱਖਦਾ। ਜਦੋਂ ਇਹਦੇ ਉੱਪਰ ਰੱਖਿਆ ਤਾਂ ਇੱਥੇ ਆਪਾਂ ਟਰਮੀਨਲ ਬਾਹਰ ਕੱਢ ਲਾਂਗੇ। ਜਦੋਂ ਇਹਨੂੰ ਚੱਕ ਕੇ ਇਹਦੇ ਉੱਪਰ ਰੱਖ ਦਾਂਗੇ, ਆਹ ਟਰਮੀਨਲ ਆਪਣੇ ਇਹ ਬਾਹਰ ਨਿਕਲਿਆ, ਬਣ ਗਿਆ ਜੀ ਆਟੋ ਟਰਾਂਸਫਾਰਮਰ। ਠੀਕ ਹੈ, ਹੁਣ ਦੇਖੋ ਪਹਿਲਾਂ ਆਪਾਂ ਨੇ ਕੀ ਕੀਤਾ, ਪ੍ਰਾਇਮਰੀ ਨੂੰ ਫਿਕਸ ਕਰਿਆ ਸੀਗਾ। ਪ੍ਰਾਇਮਰੀ ਆਪਾਂ ਨੇ ਫਿਕਸ ਕਰਤੀ 600 ਵੋਲਟ ਵਾਲੀ, ਆਪਾਂ ਨੇ ਵੋਲਟੇਜ ਜਿਹੜੀ ਆ ਵੋਲਟੇਜ ਸੀਗੀ 600 ਵੋਲਟ, ਇਹਨੂੰ ਤਾਂ ਇੱਥੇ ਫਿਕਸ ਕਰ ਲਿਆ ਸੀਗਾ। ਜਿਹੜੀ 120 ਵਾਲੀ ਸੀ ਇਹਨੂੰ ਚੱਕ ਕੇ ਕਿੱਥੇ ਰੱਖਤਾ, ਉੱਪਰ ਰੱਖਤਾ। ਆਹ ਲਓ 120 ਵਾਲੀ ਨੂੰ ਆ ਰੱਖ ਦਾਂਗੇ ਪੂਰੀ, 120 ਵਾਲੀ ਨੂੰ ਉੱਪਰ ਰੱਖਤਾ। ਠੀਕ ਹੈ ਜੀ, ਹੁਣ ਅਗਲਾ ਆਪਣਾ ਕੰਮ ਕੀ ਹੈਗਾ, ਪਹਿਲਾਂ ਤਾਂ ਆਪਾਂ ਨੇ ਵੋਲਟੇਜ ਨੂੰ ਜਿਹੜੀਆਂ ਆਪਣੀਆਂ ਵਾइंडिंगाਂ ਸੀਗੀਆਂ, ਦੋਵੇਂ ਵਾइंडिंगां ਨੂੰ ਆਪਾਂ ਨੇ ਸੀਰੀਜ਼ ਜੋੜਤਾ, ਆਪਾਂ ਨੇ ਆਟੋ ਟਰਾਂਸਫਾਰਮਰ ਬਣਾਤਾ। ਹੁਣ ਕੀ ਕਰਾਂਗੇ, ਡਾਟ ਪੋਲੈਰਿਟੀ ਨੂੰ ਚੈੱਕ ਕਰਨਾ। ਦੇਖੋ A ਤੇ B, ਇਹਨੂੰ ਲਿਖਣਾ ਗਾ A, ਇਹਨੂੰ ਲਿਖਣਾ B। A ਲਵੇ ਡਾਟ ਆ ਤਾਂ A ਲਵੇ ਡਾਟ ਲਾਉਣਾ ਗਾ। ਆਪਾਂ ਨੇ C ਤੇ D ਨੂੰ ਚੱਕ ਕੇ ਇਹਦੇ ਉੱਪਰ ਰੱਖਿਆ ਨਾ, ਘਮਾਇਆ ਤਾਂ ਨਹੀਂਗਾ, ਜਾਂ ਉਲਟਾ ਤਾਂ ਨਹੀਂ ਰੱਖਿਆ ਗਿਆ, ਸਿੱਧਾ ਚੱਕ ਕੇ ਸਿੱਧਾ ਰੱਖਤਾ। C ਉੱਪਰ ਵਗ ਗਿਆ, D ਨੀਚੇ ਆ ਗਿਆ, C ਉੱਪਰ ਵਗ ਗਿਆ, D ਨੀਚੇ ਆ ਗਿਆ, ਤਾਂ ਡਾਟ ਕਿੱਥੇ ਹੈ, C ਲਵੇ ਹੈਗਾ, C ਲਵੇ ਡਾਟ ਲਾ ਦਾਂਗੇ। ਇਹ ਆਪਣੇ ਕੋਲ ਡਾਟ ਪੋਲੈਰਿਟੀ ਆ ਗਈ, ਆ C ਲਵੇ ਡਾਟ ਆ ਗਿਆ ਤੇ ਇੱਥੇ A ਲਵੇ ਡਾਟ ਆ ਗਿਆ। ਠੀਕ ਹੈ ਜੀ, ਹੁਣ ਦੇਖੋ ਟੂ ਵਾइंडिंग ਟਰਾਂਸਫਾਰਮਰ ਦੇ ਵਿੱਚ ਡਾਟ 'ਚ ਕਰੰਟ ਐਂਟਰ ਹੋ ਰਿਹਾ ਹੈਗਾ ਤੇ ਡਾਟ 'ਚੋਂ ਹੀ ਲੀਵ ਹੋ ਰਿਹਾ ਹੈਗਾ। ਠੀਕ ਹੈ, ਐਡਿਟਿਵ ਪੋਲੈਰਿਟੀ ਦੇ ਵਿੱਚ ਡਾਟ ਹੋਣਗੇ, ਜਿਹੜੇ ਐਡਿਟਿਵ ਪੋਲੈਰਿਟੀ ਦੇ ਵਿੱਚ ਜਿਹੜੇ ਡਾਟ ਹੋਣਗੇ ਉਹ ਆਪਸ 'ਚ ਦੂਰ ਹੋਣਗੇ। ਜਿਵੇਂ ਕਿ ਇੱਥੇ ਆ ਜਾਊਗਾ, ਦੂਜਾ ਕੀ ਆ ਉੱਪਰ ਆਟੋਮੈਟਿਕ ਉੱਪਰ ਵਗ ਜਾਊਗਾ। ਜਿਵੇਂ ਆਪਾਂ ਇਹਨੂੰ ਚੱਕ ਕੇ ਰੱਖਾਂਗੇ ਨਾ ਤਾਂ ਉਹ ਆਟੋਮੈਟਿਕ ਉੱਪਰ ਹੀ ਵਗ ਜਾਊਗਾ ਡਾਟ। ਠੀਕ ਹੈ, A ਦੇ ਵਿੱਚ ਡਾਟ 'ਚ ਐਂਟਰ ਕਰ ਰਿਹਾ ਨਾ ਕਰੰਟ, A ਦੇ ਵਿੱਚੋਂ ਡਾਟ 'ਚ ਐਂਟਰ ਕਰ ਰਿਹਾ ਕਰੰਟ, ਮਤਲਬ ਆਹ ਵਾइंडिंग ਦੇ ਵਿੱਚ ਜਿਹੜਾ ਕਰੰਟ ਹੈਗਾ, ਆਹ ਵਾइंडिंग ਦੇ ਵਿੱਚ ਕਰੰਟ ਨੀਚੇ ਨੂੰ ਜਾ ਰਿਹਾ ਨਾ। ਜੇ ਦੇਖਿਆ ਜਾਵੇ ਇੱਥੋਂ ਜਾ ਗਿਆ ਐ ਨੀਚੇ ਨੂੰ ਗਿਆ, ਇਹਦਾ ਮਤਲਬ ਇੱਧਰ ਨੀਚੇ ਨੂੰ ਜਾ ਰਿਹਾ ਕਰੰਟ, 25 ਐਂਪੀਅਰ ਦਾ ਕਰੰਟ ਨੀਚੇ ਨੂੰ ਜਾ ਰਿਹਾ। A ਡਾਟ ਵਾਲੇ ਦੇ ਵਿੱਚ ਐਂਟਰ ਕਰਕੇ ਕਰੰਟ ਕਿੱਧਰ ਨੂੰ ਜਾਊਗਾ, ਨੀਚੇ ਨੂੰ ਜਾਊਗਾ ਕਰੰਟ। ਕਿੰਨੇ ਐਂਪੀਅਰ ਦਾ ਕਰੰਟ ਜਾਊਗਾ ਨੀਚੇ ਨੂੰ, 25 ਐਂਪੀਅਰ ਦਾ ਕਰੰਟ। ਅਗਲੀ ਗੱਲ, ਹੁਣ C 'ਚ ਕਰੰਟ ਲੀਵ ਕਰ ਰਿਹਾ ਹੈਗਾ, ਡਾਟ ਦੇ ਵਿੱਚੋਂ ਨਿਕਲਦਾ ਹੋਇਆ ਬਾਹਰ ਨੂੰ ਜਾ ਰਿਹਾ ਨਾ ਕਰੰਟ, ਡਾਟ ਦੇ ਵਿੱਚੋਂ ਨਿਕਲਦਾ ਹੋਇਆ ਦੇਖੋ C ਨੂੰ ਲੀਵ ਕਰ ਰਿਹਾ ਨਾ, ਇੱਥੋਂ ਡਾਟ ਦੇ ਵਿੱਚੋਂ ਨਿਕਲਦਾ ਹੋਇਆ ਕਰੰਟ ਬਾਹਰ ਨੂੰ ਜਾ ਰਿਹਾ। ਬਾਹਰ ਨੂੰ ਕਿੰਨਾ ਜਾ ਰਿਹਾ ਜੀ, 125 ਐਂਪੀਅਰ। ਲਓ ਬਾਹਰ ਨੂੰ ਭੇਜ ਤਾਂ ਇੱਧਰੋਂ ਨਿਕਲਦਾ ਹੋਇਆ ਕਰੰਟ ਐ ਵਗ ਗਿਆ ਬਾਹਰ ਨੂੰ, ਇਹ ਵੀ ਲਿਖਤਾ ਕਰੰਟ, ਇਹ ਵੀ ਲਿਖ ਗਿਆ, ਇਹ ਵੀ ਲਿਖ ਗਿਆ। ਹੁਣ ਕੀ ਕਰਾਂਗੇ ਆਪਾਂ, KCL ਪੜ੍ਹਿਆ ਨਾ ਆਪਾਂ ਨੇ ਚੰਗੀ ਤਰ੍ਹਾਂ, KCL ਆਪਾਂ ਨੇ ਚੰਗੀ ਤਰ੍ਹਾਂ ਪੜ੍ਹਿਆ ਹੈ। ਇਨਕਮਿੰਗ ਕਰੰਟ ਇਜ਼ ਇਕੁਅਲ ਟੂ ਆਊਟਗੋਇੰਗ ਕਰੰਟ। ਇਨਕਮਿੰਗ ਕਰੰਟ ਕਿੰਨਾ ਗਾ, ਇੱਧਰੋਂ ਕਿੰਨਾ ਆ ਰਿਹਾ ਹੈਗਾ, ਇੱਧਰੋਂ ਆਪਣੇ ਕੋਲ ਆ ਰਿਹਾ ਹੈਗਾ ਇਨਕਮਿੰਗ ਕਰੰਟ, ਇੱਧਰੋਂ ਆ ਰਿਹਾ ਆਪਣੇ ਕੋਲ, ਦੇਖੋ ਇੱਧਰ ਦੇਖ ਲਓ, ਇਨਕਮਿੰਗ ਕਰੰਟ ਇਜ਼ ਇਕੁਅਲ ਟੂ ਆਊਟਗੋਇੰਗ ਕਰੰਟ। ਜੇ 125 ਇੱਧਰ ਜਾ ਰਿਹਾ, 25 ਇੱਧਰ ਜਾ ਰਿਹਾ ਤਾਂ ਇੱਧਰੋਂ ਕਿੰਨਾ ਆ ਰਿਹਾ ਹੋਊਗਾ, ਇਨਕਮਿੰਗ ਕਰੰਟ ਇਜ਼ ਇਕੁਅਲ ਟੂ ਆਊਟਗੋਇੰਗ ਕਰੰਟ। ਦੇਖੋ 125 ਤਾਂ ਇੱਧਰ ਜਾ ਰਿਹਾ, 25 ਇੱਧਰ ਜਾ ਰਿਹਾ, ਤੇ ਦੋਵੇਂ ਬਾਹਰ ਹੋ ਰਹੇ ਨੇ ਨਾ ਕਰੰਟ। ਇੱਧਰੋਂ ਆਉਣ ਵਾਲਾ ਕਰੰਟ ਕਿੰਨਾ ਹੋਊਗਾ, 125 ਪਲੱਸ 25 ਕਿੰਨਾ ਹੋ ਜਾਊਗਾ ਜੀ, 150 ਐਂਪੀਅਰ ਕਰੰਟ। 150 ਇੱਧਰੋਂ ਆ ਰਹੀ, 125 ਇੱਧਰ ਲੰਘ ਗਿਆ, 25 ਇੱਧਰ ਲੰਘ ਗਿਆ। ਦੇਖੋ ਜਿਹੜੀ ਇੱਧਰ ਵੋਲਟੇਜ ਸੀਗੀ, ਇੱਥੇ ਵੋਲਟੇਜ ਕਿੰਨੀ ਅਪੀਅਰ ਹੋ ਰਹੀ ਆਪਾਂ ਨੂੰ, ਇੱਥੇ ਟਰਮੀਨਲ ਤੇ 600 ਵੋਲਟ। ਆਹ ਟਰਮੀਨਲ ਦੇ ਕ੍ਰਾਸ ਆਪਾਂ ਨੂੰ ਇੱਥੇ ਕਿੰਨੀ ਵੋਲਟੇਜ ਅਪੀਅਰ ਹੋਊਗੀ, 600 ਵੋਲਟ। ਐਡਿਟਿਵ ਪੋਲੈਰਿਟੀ ਹੋਣ ਦੇ ਕਰਕੇ, 600 ਵੋਲਟ ਤਾਂ ਆ ਹੋ ਗਈ ਤੇ ਕੁਛ ਵੋਲਟੇਜ ਆ ਹੋਗੀ, ਕਿੰਨੀ 120 ਵੋਲਟੇਜ ਹੋਊਗੀ। ਇਹ ਦੋਵੇਂ ਵੋਲਟੇਜ ਦਾ ਸਮਿਸ਼ਨ ਕੀ ਹੋਊਗਾ, ਜੋੜ ਕੀ ਹੋਊ ਇਹਨਾਂ ਦੋਨਾਂ ਵੋਲਟੇਜ ਦਾ, ਕਿੰਨਾ ਆ ਜਾਊਗਾ 600 ਪਲੱਸ 120 ਕਿੰਨਾ ਆ ਜਾਊਗਾ 720 ਵੋਲਟ। ਇਹਦਾ ਮਤਲਬ ਇੱਥੇ ਵੋਲਟੇਜ ਕਿੰਨੀ ਅਪੀਅਰ ਹੋਊਗੀ ਆਪਾਂ ਨੂੰ, 720 ਵੋਲਟ। ਐਡਿਟਿਵ ਪੋਲੈਰਿਟੀ ਕਰਕੇ ਇੱਥੇ ਆਪਾਂ ਨੂੰ ਕਿੰਨੀ ਵੋਲਟੇਜ ਮਿਲੂਗੀ, 720 ਵੋਲਟ ਮਿਲੂਗੀ। ਆ ਲਓ ਜੀ, ਟੂ ਵਾइंडिंग ਟਰਾਂਸਫਾਰਮਰ ਤੋਂ ਆਪਾਂ ਨੇ ਆਟੋ ਟਰਾਂਸਫਾਰਮਰ ਬਣਾਤਾ, ਕਿੰਨਾ ਸੌਖਾ ਜ਼ਿਆਦਾ ਬਣ ਗਿਆ। ਕੁਛ ਵੀ ਕੱਢ ਲਓ, I2 ਦਾ ਕਰੰਟ ਕਿੰਨਾ ਜੀ, ਆ ਲਓ I2 ਦਾ ਕਰੰਟ ਆ ਗਿਆ। I1 ਦਾ ਕਰੰਟ ਕਿੰਨਾ ਜੀ, ਆ ਲਓ I1 ਦਾ ਕਰੰਟ ਆ ਗਿਆ। ਠੀਕ ਹੈ, I1 ਦਾ ਕਰੰਟ ਪਤਾ ਲੱਗ ਗਿਆ, I2 ਪਤਾ ਲੱਗ ਗਿਆ। ਪ੍ਰਾਇਮਰੀ 'ਚ ਵੋਲਟੇਜ ਕਿੰਨੀ ਹੋਊਗੀ ਜੀ, V1 ਕਿੰਨੀ ਹੋਊਗੀ,
600 वोल्ट। V2 कितनी होगी जी 720 वोल्ट। अगली गल KVA की होगी दोवां दी, इधरले पासे KVA कितनी होगी, इधरले पासे KVA कितनी होगी, इधर कितनी होगी KVA सेम होनी चाहिए है ना दोनों पासे। देखो सैटिस्फाई हो रही है अपनी ये कंडीशन, दोनों पासे सेम होनी चाहिए। KVA इज इक्वल टू 600 गुणा 150, 600 गुणा 150 कितना आ गया जी 90, मतलब 90,000, 90 KVA कह सकते हैं। कितना आ गया अपने को 90 KVA। ठीक है, हुण आपां देखते इधरले पासे भी देख लेने KVA कितनी होगी। KVA इज इक्वल टू 720 वोल्टेज कितनी है 720 गुणा करंट कितना का 125। देखो भी आ रहा कितना 720 गुणा 125, 720 गुणा 125 लो जी 90 KVA। ਇੱਥੇ भी अपने को कितना आ गया 90 KVA। ਇਹ ਕੰਡੀਸ਼ਨ ਆਪਣੀ ਸੈਟੀਸਫਾਈ ਕਰ ਗਈ, ਮਤਲਬ ਆਪਣਾ ਸਾਰਾ ਜਿਹੜਾ ਢਾਂਚਾ ਆਪਾਂ ਨੇ ਰਚਿਆ ਸੀਗਾ ਹੈ ਨਾ 2/2 ਆਟੋ ਟਰਾਂਸਫਾਰਮਰ ਵਾਲਾ, ਉਹ ਸਾਰਾ ਸਹੀ ਹੈਗਾ। ਦੇਖੋ ਪ੍ਰਾਇਮਰੀ ਦਾ ਕਰੰਟ ਪਤਾ ਲੱਗ ਗਿਆ, ਸੈਕੰਡਰੀ ਦਾ ਪਤਾ ਲੱਗ ਗਿਆ। ਇਹ ਆਪਾਂ ਨੂੰ ਕਿੱਥੋਂ ਪਤਾ ਲੱਗੇਗਾ, ਇਨਕਮਿੰਗ ਕਰੰਟ ਇਜ਼ ਇਕੁਅਲ ਟੂ ਆਊਟਗੋਇੰਗ ਕਰੰਟ ਲਾ ਕੇ। ਸਭ ਤੋਂ ਪਹਿਲਾਂ ਆਪਣਾ ਕੀ ਕੰਮ ਰਿਹਾ ਸੀਗਾ, ਆਪਾਂ ਨੇ ਸਭ ਤੋਂ ਪਹਿਲਾਂ ਕੰਮ ਰਿਹਾ ਸੀਗਾ ਜਿਹੜੀ ਪ੍ਰਾਇਮਰੀ ਵਾਈਂਡਿੰਗ ਸੀ ਉਹਨੂੰ ਆਪਾਂ ਨੇ ਫਿਕਸ ਕਰਿਆ ਸੀਗਾ। ਠੀਕ ਹੈ, ਇਸ ਤੋਂ ਬਾਅਦ ਜਿਹੜੀ ਸੈਕੰਡਰੀ ਵਾਈਂਡਿੰਗ ਉਹਨੂੰ ਚੱਕ ਕੇ ਇਹਦੇ ਉੱਪਰ ਰੱਖਿਆ, ਚੱਕ ਕੇ ਇਹਦੇ ਉੱਪਰ ਰੱਖਤਾ। ਜਿੱਥੇ ਜਿੱਥੇ ਡਾਟ ਹੈਗਾ ਸੀਗਾ ਉੱਥੇ ਉੱਥੇ ਡਾਟ ਲਾਤਾ, C ਦੇ ਲਵੇ ਡਾਟ ਸੀ, ਇੱਧਰੋਂ A ਦੇ ਲਵੇ ਡਾਟ ਸੀ। ਠੀਕ ਹੈ, ਤੇ ਇਹਦੀ ਕਿੰਨੀ ਵੋਲਟੇਜ 120, ਇਹਦੀ ਆਪਾਂ 120 ਲਿਖਤੀ। ਇਹਦੀ ਵੋਲਟੇਜ ਕਿੰਨੀ ਸੀਗੀ 600 ਸੀ, ਇਹਦੀ ਆਪਾਂ ਨੇ 600 ਵੋਲਟੇਜ ਲਿਖਤੀ। ਠੀਕ ਹੈ ਜੀ, ਹੁਣ ਅਗਲਾ ਕੰਮ ਆਪਾਂ ਨੇ ਕੀ ਕਰਿਆ ਸੀਗਾ, ਕਰੰਟ ਇੱਧਰੋਂ 25 ਐਂਪੀਅਰ A ਤੋਂ ਐਂਟਰ ਹੋ ਰਿਹਾ ਸੀ, ਡਾਟ A ਤੋਂ ਐਂਟਰ ਹੋ ਰਿਹਾ ਸੀਗਾ, ਜਾਂ ਕਹਿ ਸਕਦੇ ਆਪਾਂ ਡਾਟ 'ਚ ਐਂਟਰ ਹੋ ਰਿਹਾ ਸੀਗਾ। ਜਿਹੜੀ ਆਹ ਵਾਈਂਡਿੰਗ ਸੀ ਡਾਟ ਦੇ ਵਿੱਚ ਐਂਟਰ ਹੋ ਰਿਹਾ ਸੀ A ਤੋਂ, ਤੇ ਹੁਣ ਜਿਹੜਾ ਇੱਧਰੋਂ ਦੂਜੀ ਵਾਈਂਡਿੰਗ ਦਾ ਕਰੰਟ ਸੀਗਾ ਉਹ C ਤੋਂ ਲੀਵ ਕਰ ਰਿਹਾ ਸੀਗਾ, ਇੱਧਰੋਂ C ਤੋਂ ਲੀਵ ਕਰ ਰਿਹਾ ਸੀ। ਇੱਧਰੋਂ 125 ਐਂਪੀਅਰ ਦਾ ਕਰੰਟ C ਤੋਂ ਲੀਵ ਕਰ ਗਿਆ, ਇੱਧਰੋਂ 25 ਐਂਪੀਅਰ ਦਾ ਕਰੰਟ ਥੱਲੇ ਨੂੰ ਵਗ ਗਿਆ A ਤੋਂ B ਵੱਲ ਨੂੰ। ਹੁਣ ਆਪਣੇ ਕੋਲ KCL ਆਪਾਂ ਨੇ ਚੰਗੀ ਤਰ੍ਹਾਂ ਪੜ੍ਹਿਆ ਹੋਏਗਾ, ਇਨਕਮਿੰਗ ਕਰੰਟ ਇਜ਼ ਇਕੁਅਲ ਟੂ ਆਊਟਗੋਇੰਗ ਕਰੰਟ। 150 ਕਿਵੇਂ ਆਇਆ KCL ਲਾ ਕੇ, 125 ਐਂਪੀਅਰ ਦਾ ਕਰੰਟ ਇੱਧਰ ਲੰਘ ਗਿਆ, 25 ਐਂਪੀਅਰ ਦਾ ਕਰੰਟ ਇੱਧਰ ਲੰਘ ਗਿਆ। ਆਪਾਂ ਕਿੰਨਾ ਕਹਿ ਸਕਦੇ ਹਾਂ, ਇਨਕਮਿੰਗ ਕਰੰਟ ਇਜ਼ ਇਕੁਅਲ ਟੂ ਆਊਟਗੋਇੰਗ ਕਰੰਟ ਕਿੰਨਾ ਆ ਜਾਊਗਾ ਜੀ 150 ਆ ਜਾਊ। ਦੋਵਾਂ ਦਾ ਜੋੜ ਹੋ ਜਾਊਗਾ 125 ਤੇ 25 ਦਾ, ਇਹ ਵੀ ਹੋਏਗਾ ਗੱਲ ਕਲੀਅਰ। ਇਸ ਤੋਂ ਬਾਅਦ ਆਪਾਂ ਨੇ ਵੋਲਟੇਜ ਲਿਖ ਲਈ। ਇੱਧਰ ਆਪਣੇ ਕੋਲ ਕਿੰਨੀ ਵੋਲਟੇਜ ਪੀਰ ਹੋ ਰਹੀ ਸੀ 600 ਹੋ ਰਹੀ ਸੀ, ਤੇ ਇੱਧਰ ਕਿੰਨੀ ਹੋਊਗੀ 600 ਇਹ ਹੋ ਗਈ ਸੀ। ਐਡਿਟਿਵਿਲਿਟੀ ਕਰਕੇ ਦੋਵੇਂ ਵੋਲਟੇਜਾਂ ਦਾ ਜੋੜ ਹੋਊਗਾ ਨਾ, V1 ਪਲੱਸ V2 ਦਾ ਜੋੜ ਹੋਊਗਾ, ਕਿਹਦੇ ਕਰਕੇ ਐਡਿਟਿਵਿਲਿਟੀ ਕਰਕੇ। 600 ਪਲੱਸ ਆਪਾਂ ਨੇ ਕਿੰਨਾ ਕਰਤਾ ਸੀਗਾ 120, ਕਿੰਨਾ ਆ ਗਿਆ ਜੀ ਆਪਣਾ 720 ਆ ਗਿਆ ਸੀਗਾ। ਸੈਕੰਡਰੀ ਵੋਲਟੇਜ ਇੱਥੇ ਕਿੰਨੀ ਆ ਗਈ ਸੀ 720 ਆ ਗਈ ਸੀ। ਇਹ ਤੋਂ ਬਾਅਦ ਆਪਾਂ ਨੇ KVA ਕੱਢ ਹੀ ਲਈ, ਚਾਹੇ ਤਾਂ ਇਹਦੀ ਕੱਢ ਲਓ ਚਾਹੇ ਇਹਦੀ ਕੱਢ ਲਓ, ਇੱਕੋ ਹੀ ਗੱਲ ਹੈਗੀ KVA ਦੀ। ਇਹ ਹੋ ਗਿਆ ਪਹਿਲਾ ਕੇਸ। ਹੁਣ ਕਰਦੇ ਹਾਂ ਜੀ ਦੂਜੇ ਕੇਸ ਦੀ ਗੱਲ, ਜਿਹ 'ਚ ਆਪਾਂ ਨੇ ਸੈਕੰਡਰੀ ਨੂੰ ਫਿਕਸ ਕਰਨਾ ਹੈ। ਜਿਹੜੀ 120 ਵੋਲਟ ਵਾਲੀਆਂ ਟਰਨਾਂ ਨੇਗੀਆਂ ਉਹਨੂੰ ਆਪਾਂ ਨੇ ਫਿਕਸ ਕਰ ਦੇਣਾ। ਲਓ ਜੀ ਆਪਾਂ 120 ਵੋਲਟ ਵਾਲੀ ਟਰਨ ਨੂੰ ਫਿਕਸ ਕਰ ਦੇਣਗੇ। ਇਹ ਆ ਲਓ ਇੱਧਰ 120 ਵੋਲਟ ਦੀ ਨਾ, ਇੱਥੇ ਇਹਨੂੰ ਫਿਕਸ ਕਰਤਾ। ਜਿਹੜੀ 600 ਵੋਲਟ ਵਾਲੀਆਂ ਟਰਨਾਂ ਨੇਗੀਆਂ ਉਹਨੂੰ ਚੱਕ ਕੇ ਆਪਾਂ ਇਹਦੇ ਉੱਪਰ ਰੱਖਾਂਗੇ, ਇਹ ਸਾਰੀਆਂ ਨੂੰ ਚੱਕ ਕੇ ਇਹਦੇ ਉੱਪਰ ਰੱਖਾਂਗੇ। ਇਹ ਆ ਲਓ ਇਹਨੂੰ ਚੱਕ ਕੇ ਇਹਦੇ ਉੱਪਰ ਰੱਖ ਦੇਣਗੇ, ਇਹਨੂੰ ਚੱਕ ਕੇ ਇਹਦੇ ਉੱਪਰ ਰੱਖਤਾ। ਆਹ ਬਣ ਗਿਆ ਆਪਣੇ ਕੋਲ ਆਟੋ ਟਰਾਂਸਫਾਰਮਰ ਦੂਜਾ। ਜਿਹੜਾ ਉਹ ਪਹਿਲਾਂ ਵਾਲਾ ਟਰਾਂਸਫਾਰਮਰ ਸੀਗਾ ਉਹ ਕਿਹੜਾ ਟਰਾਂਸਫਾਰਮਰ ਬਣਿਆ ਸੀ ਆਪਣੇ ਕੋਲ, ਸਟੈਪ ਅਪ ਟਰਾਂਸਫਾਰਮਰ ਬਣਿਆ ਸੀਗਾ। ਜਿਹੜਾ ਇਹ ਟਰਾਂਸਫਾਰਮਰ ਬਣਿਆ ਆਪਣੇ ਕੋਲ ਇਹ ਬਣੇਗਾ ਸਟੈਪ ਡਾਊਨ, ਇਹ ਬਣ ਗਿਆ ਆਪਣੇ ਕੋਲ ਸਟੈਪ ਡਾਊਨ ਟਰਾਂਸਫਾਰਮਰ। ਪਹਿਲਾਂ ਵਾਲਾ ਟਰਾਂਸਫਾਰਮਰ ਆਪਣੇ ਕੋਲ ਸਟੈਪ ਅਪ ਟਰਾਂਸਫਾਰਮਰ ਬਣਿਆ ਸੀਗਾ। ਹੁਣ ਸਭ ਤੋਂ ਪਹਿਲਾਂ ਆਪਣਾ ਕੰਮ ਕੀ ਸੀਗਾ, ਕਰੰਟ ਕੱਢਣਾ, ਇੱਥੇ ਕਰੰਟ ਕੱਢ ਰਿਹਾ। ਦੂਜਾ ਕੰਮ ਕੀ ਹੋ ਗਿਆ ਹੁਣ ਆਪਣੇ ਕੋਲ, ਦੂਜਾ ਕੰਮ ਕਹਿ ਲਓ ਵੀ ਵੋਲਟੇਜ ਲਿਖਣੀ ਹੈ। ਇੱਧਰ ਆਪਣੇ ਕੋਲ ਕਿੰਨੀ ਵੋਲਟੇਜ ਪੀਅਰ ਹੋ ਰਹੀ ਹੈ, ਇੱਥੇ ਹੋ ਰਹੀ ਹੈ ਆਪਣੇ ਕੋਲ 120 ਵੋਲਟ ਪੀਅਰ ਹੈ ਨਾ, ਇੱਥੇ 120 ਵੋਲਟ ਪੀਅਰ ਹੋ ਰਹੀ ਹੈਗੀ। ਤੇ ਇੱਥੇ ਕਿੰਨੀ ਵੋਲਟੇਜ ਪੀਅਰ ਹੋਊਗੀ ਜੀ, ਤਾਂ ਇੱਥੇ ਕਿੰਨੀ ਆ ਜਾਊਗੀ, ਜੇ ਇੱਥੇ 120 ਵੋਲਟ ਹੈ ਇੱਥੇ ਕਿੰਨੀ ਵੋਲਟੇਜ ਹੋਊਗੀ 600 ਵੋਲਟ। ਜੇ ਇੱਥੇ 600 ਵੋਲਟ ਹੈ 120 ਵੋਲਟ ਇਹ ਹੈ ਤਾਂ ਦੋਵਾਂ ਦਾ ਸਮੀਸ਼ਨ ਕਿੰਨਾ ਹੋ ਜਾਊਗਾ ਜੀ 720 ਵੋਲਟ। ਇੱਥੇ ਆਪਾਂ ਨੂੰ ਕਿੰਨੀ ਵੋਲਟ ਮਿਲੂਗੀ 720 ਵੋਲਟ ਮਿਲੂ। ਪਹਿਲੀ ਗੱਲ ਆਪਣੇ ਕੋਲ ਕਲੀਅਰ ਹੋ ਗਈ। ਦੂਜੀ ਗੱਲ ਕਰਦੇ ਆਪਾਂ ਡਾਟਾਂ ਦੀ। ਦੇਖੋ ਸੈਕੰਡਰੀ ਨੂੰ ਆਪਾਂ ਨੇ ਫਿਕਸ ਕਰਿਆ ਨਾ C ਤੇ D, ਇੱਥੇ ਡਾਟ ਆਊਗਾ, ਤੇ A ਤੇ B ਲਵੇ A ਲਵੇ ਡਾਟ ਆਊਗਾ, A B ਕਿੱਥੇ ਡਾਟ ਆਊਗਾ ਇੱਥੇ ਡਾਟ ਆਊਗਾ। ਡਾਟ ਦੀ ਗੱਲ ਕਲੀਅਰ ਹੋ ਗਈ। ਹੁਣ ਦੇਖੋ ਕਰੰਟ ਐਂਟਰਿੰਗ ਤੇ ਕਰੰਟ ਲਿਵਿੰਗ। A 'ਚ ਕਰੰਟ ਐਂਟਰ ਕਰ ਰਿਹਾ ਹੈਗਾ, ਲਓ ਜੀ A 'ਚ ਕਰੰਟ ਆਪਾਂ ਨੇ ਐਂਟਰ ਕਰਾਤਾ, ਇੱਧਰੋਂ ਐਂਟਰ ਕਰ ਰਿਹਾ, ਨੀਚੇ ਨਹੀਂ ਜਾ ਰਿਹਾ ਕਰੰਟ। ਠੀਕ ਹੈ, ਕਿੰਨੇ ਐਂਪੀਅਰ ਦਾ ਕਰੰਟ ਨੀਚੇ ਨਹੀਂ ਜਾ ਰਿਹਾ 25 ਐਂਪੀਅਰ ਦਾ ਕਰੰਟ ਨੀਚੇ ਨਹੀਂ ਜਾ ਰਿਹਾ ਹੈਗਾ। ਦੂਜੀ ਗੱਲ C ਤੋਂ ਕਰੰਟ ਲੀਵ ਕਰ ਰਿਹਾ, ਕਿੰਨੇ ਐਂਪੀਅਰ ਦਾ ਕਰੰਟ ਲੀਵ ਕਰ ਰਿਹਾ 125 ਐਂਪੀਅਰ ਦਾ। ਦੇਖੋ ਇਹਨੂੰ ਪਹਿਲਾਂ ਬਣਾਵਾਂਗੇ C ਤੇ D। C ਤੋਂ ਕਰੰਟ ਲੀਵ ਕਰ ਰਿਹਾ, ਉੱਪਰ ਨੂੰ ਜਾ ਰਿਹਾ ਕਰੰਟ। ਦੇਖੋ ਵਾਈਂਡਿੰਗ ਦੇ ਵਿੱਚ ਲਿਖਣਾ, ਹੁਣ ਆਪਾਂ ਨੇ ਬਾਹਰ ਨੂੰ ਲਿਖਣਾ ਕਿਤੇ ਇੱਥੇ 125 ਐਂਪੀਅਰ ਦਾ ਕਰੰਟ ਲਿਖ ਲਓ, ਗਲਤ ਹੋ ਜੂਗਾ ਫਿਰ ਕੰਮ ਸਾਰਾ, ਫਿਰ ਆਟੋ ਟਰਾਂਸਫਰ ਫੇਲ ਹੋ ਜੂਗਾ ਆਪਣਾ। ਇਹ ਜਿਹੜਾ ਕੰਸੈਪਟ ਆ ਸਾਰਾ ਵਿਗੜ ਜੂਗਾ। ਫਿਰ ਆਪਾਂ ਨੇ ਜਿਹੜਾ ਕਰੰਟ ਦੇਖਣਾ ਹੁੰਦਾ ਨਾ, ਮੈਂ ਪਹਿਲਾਂ ਵੀ ਗੱਲ ਕਰਕੇ ਹਟਾ, ਉਹ ਸਿਰਫ ਵਾਈਂਡਿੰਗਾਂ ਦੇ ਵਿੱਚ ਦੇਖਣਾ ਹੁੰਦਾ ਹੈ।
ਉਹ ਬਾਈਂਡਿੰਗਾਂ ਦੇ ਵਿਚਲਾ ਕਰੰਟ ਹੁੰਦਾ ਜੀ, ਬਾਈਂਡਿੰਗ ਦੇ ਵਿੱਚ ਕਿੰਨਾ ਕਰੰਟ ਹੈਗਾ, ਨਾ ਕਿ ਬਾਹਰ ਵਾਲਾ ਕਰੰਟ। ਹੁਣ ਇੱਥੋਂ 125 ਐਂਪੀਅਰ ਇੱਥੇ ਲਿਖਿਆ ਹੈ, ਇਹਦਾ ਮਤਲਬ ਇੱਥੇ ਆਪਾਂ 125 ਐਂਪੀਅਰ ਲਿਖਣਾ ਨਹੀਂ, ਗਲਤ ਜੀ। ਆਪਾਂ ਨੂੰ ਬਾਈਂਡਿੰਗ ਦੇ ਵਿੱਚ ਲਿਖਣਾ ਪਊਗਾ, ਬਾਈਂਡਿੰਗ ਦੇ ਵਿੱਚ ਕਿੰਨਾ ਕਰੰਟ ਹੈਗਾ 125 ਐਂਪੀਅਰ। ਇੱਥੇ ਸੀ ਡੀ ਤੋਂ ਸੀ ਵੱਲ ਜਾ ਰਹੇ ਨਾ, ਇੱਥੋਂ ਡੀ ਤੋਂ ਸੀ ਵੱਲ ਇੱਧਰ ਬਾਹਰ ਨੂੰ ਨਿਕਲ ਰਿਹਾ ਕਰੰਟ, ਡਾਟ ਦੇ ਬਾਹਰ ਨੂੰ ਨਿਕਲ ਰਿਹਾ, ਤਾਂ ਆਪਾਂ ਇੱਥੇ ਕਹਿ ਸਕਦੇ 125 ਐਂਪੀਅਰ ਦਾ ਕਰੰਟ ਇੱਥੇ। ਹੁਣ ਦੇਖੋ ਆਪਾਂ ਨੂੰ ਪਤਾ ਲੱਗ ਗਿਆ ਇਨਕਮਿੰਗ ਕਰੰਟ ਇਜ਼ ਇਕੁਅਲ ਟੂ ਆਊਟਗੋਇੰਗ ਕਰੰਟ। 25 ਇੱਧਰੋਂ ਆ ਰਿਹਾ, 125 ਇੱਧਰੋਂ ਆ ਰਿਹਾ, ਇਹਦਾ ਮਤਲਬ ਬਾਹਰ ਨੂੰ ਕਰੰਟ ਕਿੰਨਾ ਜਾ ਰਿਹਾ ਹੋਊਗਾ, ਇੱਧਰ ਨੂੰ ਕਰੰਟ ਕਿੰਨਾ ਜਾ ਰਿਹਾ ਹੋਊਗਾ, 25 ਤੇ 125 150 ਐਂਪੀਅਰ ਕਰੰਟ। ਇੱਥੇ ਆਪਾਂ ਨੂੰ ਜਿਹੜਾ ਸੈਕੰਡਰੀ ਦਾ ਕਰੰਟ ਮਿਲੂਗਾ ਉਹ 150 ਹੀ ਮਿਲੂਗਾ। ਪ੍ਰਾਇਮਰੀ ਦਾ ਕਰੰਟ I1 ਕਿੰਨਾ ਸੀਗਾ ਜੀ 25 ਐਂਪੀਅਰ, ਵੋਲਟੇਜ ਕਿੰਨੀ ਹੈਗੀ 720, ਤਾਂ ਆਪਾਂ KV ਕੱਢ ਸਕਦੇ ਨਾ, KV ਕਿੰਨੀ ਹੋਊਗੀ 720 ਗੁਣਾ 25, ਦੇਖੋ ਜੀ ਕਿੰਨਾ ਆਨਸਰ ਆਉਂਦਾ ਹੈਗਾ 720 ਗੁਣਾ 25, ਇਹ ਹੈਗਾ ਆਪਣੇ ਕੋਲ 18000। ਮੰਨ ਲਓ 18 KVA, ਇੱਧਰ ਵੀ ਕਿੰਨੀ ਆਊਗੀ 18 KVA, 18 KV ਆ ਗਈ। ਹੁਣ ਦੇਖੋ ਇਹ ਕਨੈਕਸ਼ਨ ਆਪਣੇ ਕੋਲ ਫਿਜ਼ੀਬਲ ਨੇ, ਕੀ ਇਹ ਕਨੈਕਸ਼ਨ ਫਿਜ਼ੀਬਲ ਨੇ? ਨਹੀਂ, ਇਹ ਕਨੈਕਸ਼ਨ ਫਿਜ਼ੀਬਲ ਨਹੀਂ ਹੈਗੇ। ਕਿਉਂ ਨਹੀਂ ਹੈਗੇ ਫਿਜ਼ੀਬਲ? ਉਹੀ ਟਰਾਂਸਫਾਰਮਰ ਹੈਗਾ, ਠੀਕ ਆ, 2 ਵਾਈਂਡਿੰਗ ਟਰਾਂਸਫਾਰਮਰ ਹੈ, ਉਹਦੀਆਂ ਵਾਈਂਡਿੰਗਾਂ ਨੂੰ ਆਪਾਂ ਨੇ 2 ਤਰੀਕੇ ਨਾਲ ਬਾਉਂਡ ਕੀਤਾ ਗਾ, ਇੱਕ ਤਾਂ ਪ੍ਰਾਇਮਰੀ ਨੂੰ ਫਿਕਸ ਕਰਿਆ, ਇੱਕ ਆਪਾਂ ਨੇ ਸੈਕੰਡਰੀ ਨੂੰ ਫਿਕਸ ਕਰਿਆ। ਜਦੋਂ ਪ੍ਰਾਇਮਰੀ ਨੂੰ ਫਿਕਸ ਕਰਿਆ ਉਦੋਂ ਆਪਣੇ ਕੋਲ ਕਿਹੜਾ ਟਰਾਂਸਫਾਰਮਰ ਬਣ ਗਿਆ, ਸਟੈਪ ਅਪ ਬਣ ਗਿਆ। ਜਦੋਂ ਆਪਾਂ ਨੇ ਸੈਕੰਡਰੀ ਨੂੰ ਫਿਕਸ ਕਰਿਆ ਉਦੋਂ ਆਪਣੇ ਕੋਲ ਕਿਹੜਾ ਟਰਾਂਸਫਾਰਮਰ ਬਣ ਗਿਆ, ਸਟੈਪ ਡਾਊਨ ਟਰਾਂਸਫਾਰਮਰ ਬਣ ਗਿਆ। ਸਟੈਪ ਅਪ ਟਰਾਂਸਫਾਰਮਰ ਦੇ ਵਿੱਚ ਆਪਾਂ ਨੂੰ ਕਿੰਨੀ KVA ਮਿਲ ਰਹੀ ਸੀਗੀ, ਜਦੋਂ ਆਪਾਂ ਨੇ 2 ਵਾਈਂਡਿੰਗ ਨੂੰ ਆਟੋ 'ਚ ਕਨਵਰਟ ਕੀਤਾ ਆਪਾਂ ਨੂੰ ਕਿੰਨੀ KVA ਮਿਲ ਰਹੀ ਸੀ 90 KVA। ਪਰ ਜਿਹੜਾ ਸਟੈਪ ਡਾਊਨ ਟਰਾਂਸਫਾਰਮਰ ਸੀਗਾ ਉਹ 'ਚ ਆਪਾਂ ਨੂੰ ਕਿੰਨੀ KVA ਮਿਲ ਰਹੀ ਸੀ, ਸਾਰੀ 18 KVA ਮਿਲ ਰਹੀ ਹੈਗੀ। ਹੁਣ ਤੁਸੀਂ ਦੱਸੋ ਵੀ ਕਿਹੜਾ ਕਨੈਕਸ਼ਨ ਆਪਾਂ ਨੂੰ ਵਰਤਣੇਗਾ, 90 KVA ਵਾਲੀ ਵਰਤਾਂਗੇ ਨਾ, 18 KVA ਥੋੜੀ ਬਣਾਵਾਂਗੇ। ਨਾਲ ਤਾਂ ਆਪਾਂ ਨੇ ਆਟੋ ਟਰਾਂਸਫਾਰਮਰ ਡਿਜ਼ਾਈਨ ਕੀਤਾ ਗਾ, ਸਿਰਫ 3 KVA ਵਾਸਤੇ ਆਪਾਂ ਡਿਜ਼ਾਈਨ ਕਰਾਂਗੇ, ਇੰਨਾ ਕੁਛ ਕਰਾਂਗੇ। ਜਿਹੜੀ 15 ਤੋਂ 18 ਬਣ ਗਈ ਸਿਰਫ 3 KVA ਵਾਸਤੇ ਡਿਜ਼ਾਈਨ ਕੀਤਾ ਆਪਾਂ ਨੇ, ਨਹੀਂ, ਆਪਾਂ ਇਹਦਾ ਵੱਧ ਤੋਂ ਵੱਧ ਫਾਇਦਾ ਲਵਾਂਗੇ। ਆਪਾਂ ਕਿੰਨੀ ਬਣਾਵਾਂਗੇ 90 KVA ਤੱਕ ਦਾ ਬਣਾਵਾਂਗੇ, ਤਾਂ ਹੀ ਇਹ ਕਨੈਕਸ਼ਨ ਫਿਜ਼ੀਬਲ ਹੁੰਦੇ ਨੇਗੇ, ਠੀਕ ਹੈ ਜੀ। ਆਪਾਂ ਹੁਣ ਆਹ ਸੈਕੰਡਰੀ, ਹੁਣ ਆਪਾਂ ਨੇ ਇੱਕ ਗੱਲ ਸਿੱਖ ਲਈ, ਲਓ ਜੀ ਇੱਕ ਗੱਲ ਹੁਣ ਆਪਾਂ ਨੇ ਪੱਕੇ ਤੌਰ 'ਤੇ ਨੋਟ ਕਰਨੀ ਹੈ ਵੀ ਜਦੋਂ ਵੀ ਆਪਾਂ ਨੂੰ ਐਡਿਟਿਵ ਪੋਲੈਰਿਟੀ ਵਾਲਾ ਕੇਸ ਦੇਖਣ ਨੂੰ ਮਿਲ ਗਿਆ ਤਾਂ ਆਪਾਂ ਨੇ ਉੱਥੇ ਕਿਹੜਾ ਟਰਾਂਸਫਾਰਮਰ ਬਣਾਉਣਾ ਹੈਗਾ, ਸਟੈਪ ਅਪ ਟਰਾਂਸਫਾਰਮਰ ਬਣਾਵਾਂਗੇ, ਜਿਹੜਾ ਆਟੋ ਵਾਲਾ ਬਣਾਵਾਂਗੇ। ਆਟੋ ਵਾਲਾ ਕਿਹੜਾ ਟਰਾਂਸਫਾਰਮਰ ਬਣਾਵਾਂਗੇ, ਸਟੈਪ ਅਪ ਬਣਾਵਾਂਗੇ। ਉਹਦੇ ਹੀ ਕਨੈਕਸ਼ਨ ਆਪਣੇ ਕੋਲ ਕੀ ਹੋਣਗੇ, ਫਿਜ਼ੀਬਲ ਕਨੈਕਸ਼ਨ ਹੋਣਗੇ, ਸੰਭਵ ਕਨੈਕਸ਼ਨ ਉਸੇ ਦੀ ਹੋਗੀ। ਤਾਂ ਹੀ ਆਪਾਂ ਉਹਦੇ ਨਾਲ ਕੀ ਕਰ ਸਕਦੇ ਹਾਂ, ਵੱਧ ਤੋਂ ਵੱਧ KVA ਪ੍ਰਾਪਤ ਕਰ ਸਕਦੇ ਹੈਗੇ। ਇੰਨੀ ਗੱਲ ਕਲੀਅਰ ਹੋ ਗਈ, ਮੇਰੇ ਖਿਆਲ ਇੰਨੀ ਗੱਲ ਕਲੀਅਰ ਹੋ ਜਾਣੀ ਚਾਹੀਦੀ ਹੈਗੀ। ਲਓ ਜੀ ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ। ਇਹ 2 ਵਾਈਂਡਿੰਗ ਟਰਾਂਸਫਾਰਮਰ ਇਜ਼ ਕਨਵਰਟਡ ਇਨਟੂ ਆਟੋ ਟਰਾਂਸਫਾਰਮਰ। ਇੱਕ ਕਹਿੰਦਾ 2 ਵਾਈਂਡਿੰਗ ਵਾਲੇ ਟਰਾਂਸਫਾਰਮਰ ਨੂੰ ਕੀ 'ਚ ਕਨਵਰਟ ਕਰਤਾ, ਆਟੋ ਟਰਾਂਸਫਾਰਮਰ ਦੇ ਵਿੱਚ ਕਨਵਰਟ ਕਰਤਾ। ਇਫ ਵੀ ਅਪਲਾਈ ਐਡਿਟਿਵ ਪੋਲੈਰਿਟੀ, ਜੇ ਕਹਿੰਦਾ ਅਸੀਂ ਐਡਿਟਿਵ ਪੋਲੈਰਿਟੀ ਅਪਲਾਈ ਕੀਤੀ ਐਂਡ ਸਬਟਰੈਕਟਿਵ ਪੋਲੈਰਿਟੀ, ਦੋਵੇਂ ਪੋਲੈਰਿਟੀਆਂ ਆਪਾਂ ਨੇ ਅਪਲਾਈ ਕਰਤੀਆਂ ਫਾਰ ਏ ਕਨੈਕਸ਼ਨ 'ਚ, ਉਸੇ ਕਨੈਕਸ਼ਨਾਂ 'ਤੇ, ਦੈਨ ਦਾ ਸੈਕੰਡਰੀ ਵੋਲਟੇਜ ਇਜ਼ 2640 ਵੋਲਟ ਐਂਡ 2160 ਵੋਲਟ ਰਿਸਪੈਕਟਿਵਲੀ। ਐਡਿਟਿਵ ਪੋਲੈਰਿਟੀ ਦੀ ਵੋਲਟੇਜ ਕਿੰਨੀ ਆਈ ਕਹਿੰਦਾ ਸੈਕੰਡਰੀ 2640 ਤੇ ਸਬਟਰੈਕਟਿਵ ਪੋਲੈਰਿਟੀ ਦੀ ਕਿੰਨੀ ਵੋਲਟੇਜ ਆਈ 2160 ਵੋਲਟ। ਬਟ ਇਜ਼ ਦਾ ਰੇਸ਼ੀਓ ਆਫ ਪ੍ਰਾਇਮਰੀ ਟੂ ਸੈਕੰਡਰੀ ਵੋਲਟੇਜ ਆਫ ਦਾ ਓਰੀਜਨਲ ਟਰਾਂਸਫਾਰਮਰ। ਓਰੀਜਨਲ ਟਰਾਂਸਫਾਰਮਰ ਦਾ ਮਤਲਬ ਕੀ ਹੈਗਾ ਵੀ ਇਹ ਜਿਹੜਾ 2 ਵਾਈਂਡਿੰਗ ਟਰਾਂਸਫਾਰਮਰ ਹੋਊਗਾ ਉਹਦੀ ਪ੍ਰਾਇਮਰੀ ਤੇ ਉਹਦੀ ਸੈਕੰਡਰੀ ਕੀ ਹੋਣੀ ਆ, ਪ੍ਰਾਇਮਰੀ ਤੇ ਸੈਕੰਡਰੀ ਉਹਦੀਆਂ ਕੀ ਵੋਲਟੇਜ ਹੋਣੀ ਆ, ਦੋਵੇਂ ਵੋਲਟੇਜ ਬਾਰੇ ਪੁੱਛਿਆ ਗਿਆ। ਲਓ ਜੀ ਆਪਾਂ ਕਰਦੇ ਜਮਾਂ ਸਿੰਪਲ ਕੁਐਸਚਨ ਹੈ, ਜਮਾਂ ਸਿੰਪਲ, ਇਹਨੂੰ ਮੈਥ ਵਾਲੇ ਤਰੀਕੇ ਨਾਲ ਕਰਾਂਗੇ। ਜਦੋਂ ਪੋਲੈਰਿਟੀ ਐਡਿਟਿਵ ਹੋਊਗੀ ਉਦੋਂ ਆਪਣੇ ਕੋਲ ਕੀ ਕੇਸ ਹੋਊਗਾ, ਪ੍ਰਾਇਮਰੀ ਪਲੱਸ ਸੈਕੰਡਰੀ ਇਜ਼ ਇਕੁਅਲ ਟੂ ਕਿਹਦੇ ਬਰਾਬਰ ਹੋਣਗੇ 2640 ਵੋਲਟ ਦੇ। ਤੇ ਸਬਟਰੈਕਟਿਵ ਪੋਲੈਰਿਟੀ ਵੇਲੇ ਆਪਣੇ ਕੋਲ ਪ੍ਰਾਇਮਰੀ ਮਾਈਨਸ ਸੈਕੰਡਰੀ ਕਿਹਦੇ ਬਰਾਬਰ ਹੋਊ 2160 ਵੋਲਟ ਦੇ। ਇਹ ਗੱਲ ਕਲੀਅਰ ਹੋ ਗਈ ਜੀ। ਚਲੋ ਇਹ ਇਕੁਏਸ਼ਨ ਨੰਬਰ 1 ਹੈਗੀ, ਇਹ ਇਕੁਏਸ਼ਨ ਨੰਬਰ ਕੀ ਹੈ 2 ਹੈਗੀ। ਹੁਣ ਕੀ ਕਰਾਂਗੇ, ਦੋਵਾਂ ਨੂੰ ਐਡ ਕਰ ਦਾਂਗੇ। ਲਓ ਜਦੋਂ ਦੋਵਾਂ ਨੂੰ ਐਡ ਕੀਤਾ ਤਾਂ ਇਸ ਨਾਲ ਤਾਂ ਇਸ ਕੈਂਸਲ ਹੋ ਗਿਆ, ਤੇ ਇੱਥੇ ਕਿੰਨਾ ਆ ਜਾਊਗਾ P + P 2P ਇਜ਼ ਇਕੁਅਲ ਟੂ, ਇਹ ਕਿੰਨਾ ਆ ਜਾਊਗਾ ਜੀ 0, 6 ਤੇ 4 10, 6 ਤੇ 7 ਤੇ 8, 2 2 ਕਿੰਨਾ ਆਊਗਾ 4, ਤੇ P ਦੀ ਵੈਲਿਊ ਆਪਣੇ ਕੋਲ ਕਿੰਨੀ ਆ ਜਾਊ ਜੀ 4800 ਡਿਵਾਈਡ ਬਾਏ 2। ਇਹਨੂੰ ਜਦੋਂ ਇਹਦੇ ਨਾਲ ਕੱਟਾਂਗੇ ਕਿੰਨਾ ਆ ਜਾਊਗਾ ਜੀ 2400। ਇੱਕ ਗੱਲ ਤਾਂ ਆਪਾਂ ਨੂੰ ਕਲੀਅਰ ਹੋਊਗੀ, ਜਿਹੜੀ ਪ੍ਰਾਇਮਰੀ ਦੀ ਵੋਲਟੇਜ ਹੋਊਗੀ ਉਹ ਕਿੰਨੀ ਹੋਊਗੀ 2400 ਵੋਲਟ ਹੋਊਗੀ। ਹੁਣ ਦੇਖਦੇ ਹਾਂ ਸੈਕੰਡਰੀ ਦੀ ਵੋਲਟੇਜ ਕੀ ਹੋਊਗੀ। ਸੈਕੰਡਰੀ ਦੀ ਵੋਲਟੇਜ ਕਿਵੇਂ ਕੱਢਾਂਗੇ, ਜਿੰਨੀ ਪ੍ਰਾਇਮਰੀ ਦੀ ਵੈਲਿਊ ਆਈ ਉਹਨੂੰ ਚੱਕ ਕੇ 'ਚ ਭਰ ਦਿਓ ਪਹਿਲੀ ਇਕੁਏਸ਼ਨ 'ਚ। ਲਓ 2400
प्लस सैकेंडरी इज इक्वल टू कितना हुआ 2640। ठीक है जी, वही हो गया ना P प्लस एस इज इक्वल टू 2640। ਹੁਣ देखो सैकेंडरी इज इक्वल टू की हो जाएगा 2640 आ इधर प्लस का इधर आके कहता हो जाएगा माइनस का माइनस 2400 कितना आ जाएगा जी 2640 जो 2400 घटाया सैकेंडरी की कितनी आ गई जी 240 वोल्ट आ गई इतने कितनी मिलूगी आपको 240 वोल्ट। अगली गल इन्हें की कही सी आपको वोल्टेज का पता लग गया प्राइमरी की वोल्टेज भी पता लग गई ओरिजिनल ट्रांसफार्मर की ते सैकेंडरी की वोल्टेज भी पता लग गई। हुण कहा कि इन्होंने रेशो की होगी प्राइमरी सैकेंडरी की ओरिजिनल ट्रांसफार्मर की रेशो की होगी P/S पूछा इन्होंने। प्राइमरी वोल्टेज कितनी है 2400 ते सैकेंडरी कितनी है 240 जो इन्होंने आपस कट्टांगे कितना आ जाएगा जी 10 डिवाइड बाई 1 जी रेशो होगी वो की आ गई अपने को 10:1। आंसर क्या आ जाएगा जी सी। अगला क्वेश्चन देखते हैं ये सिंगल फेस ट्रांसफार्मर ये तो शायद मैंने लगता करवाता अपने पहला इनू ट्राई करो ठीक है इनू ट्राई करो देखो आंसर कितना होगा। वैसे तो 90 kV आउंदा अपने करके देखते पर तुसीं आपदे हत्थी इनू करके देखो क्वेश्चन भी किवें सॉल्व होगा उवें ही करंट लेने नहीं। वैसे इन्हें खुद दसता इस क्वेश्चन के दसता भी आटो ट्रांसफार्मर नूं आपां ने 600 वोल्ट सप्लाई देती प्राइमरी साइड तो सैकेंडरी साइड अपने को 720 वोल्ट है। करो जी इनू सॉल्व देखते हैं फिर आगे ठीक है। वीडियो पॉज करके इनू सॉल्व करो देखो 90 kV आ रहा आंसर। लो जी अगला क्वेश्चन देखते हैं ए 50 kVA 3300/230 वोल्ट सिंगल फेस ट्रांसफार्मर इज कनैक्टेड एज एन आटो ट्रांसफार्मर। अपने को जो सिंगल फेस ट्रांसफार्मर की अपन गलबात दसी इन्होंने इतने अपने को कितनी वोल्टेज है जी 3300 वोल्ट है तो इधर अपने को कितनी वोल्ट है 230 वोल्ट है। सैकेंडरी साइड अपने को 230 वोल्ट आ गई प्राइमरी साइड कितनी आ गई वोल्टेज 3300 वोल्ट है। इतने आप पोलैरिटी मार्क कर दें लो जी इतने डॉट च करंट एंटर होगा I1 तो इतों डॉट चो करंट लीव करूगा I2 ये गल अपनी लिख ली। हुण अगली गल जो भी अपने ट्रांसफार्मर बना लिया 2 वाइंडिंग ट्रांसफार्मर बना लिया सब तो पहला काम की है सब तो पहला काम है अपना करंट कढ़ना I1 ते I2। I1 की वैल्यू कितनी होगी VA डिवाइड बाय V1। हुण VA कितनी अपने को VA इन्होंने दस रखा भी 50 kV का ट्रांसफार्मर है जोड़ा ट्रांसफार्मर है वो कितनी kV का 50 kV का ट्रांसफार्मर है तो आप लिखांगे उरे 50,000 क्योंकि 1000 नाल मल्टीप्लाई करता ना kV सीगा तो डिवाइड बाय V1 कितना अपने को 3300 2 0 नाल 2 0 कट गया 500 डिवाइड बाय 33 कितना आजूगा जी 500 डिवाइड बाय 33 15.15 एंपीयर करंट इसका मतलब इतने कितना करंट आजूगा 15.15 एंपीयर करंट पहली गल। हुण दूजी गल देखते हैं I2 का करंट I2 का करंट की हुआ VA डिवाइड बाय V2 वो भी कट लेंगे कितना वो VA कितना अपने को 50,000 डिवाइड बाय V2 कितना का 230 जो अपन सॉल्व करेंगे 50,000 डिवाइड करेंगे 230 ना कितना आजूगा जी 50,000 डिवाइड बाय 230 217.40 217.40 एंपीयर करंट I2 च लगूगा। ये मतलब इतने कितना करंट आ गया जी 217.40 एंपीयर करंट डॉट चो लीव कर रहेगा तो एंटर कितना कर रहा डॉट च 15.15 एंपीयर करंट डॉट च एंटर कर रहेगा ठीक है जी। हुण आप करांगे इसे डायग्राम जी आ डायग्राम है इतने थोड़ी वड्डी करके बनाने जिहड़े ये कनैक्शन ने ये अपने किहदे बनाने ने एडिटिव पोलैरिटी के बनाने ने। पहली गल जो अपन कुछ नहीं दिता ना उन्हें रेटिंग पूछा नॉमिनल रेटिंग की होगी अपने चुप करके एडिटिव पोलैरिटी के अपने कनैक्शन बनाने एडिटिव पोलैरिटी के कनैक्शन किमें बन गए मान लो ये A है आ अपने को B है आ C है आ अपने को D पॉइंट आ गया ठीक है जी। हुण प्राइमरी में अपने की करना फिक्स करना अपने की बनाना स्टैप अप ट्रांसफार्मर बनाना ठीक है ना तां ही कनैक्शन आपको फिजिबल मिलणगे जो अपने स्टैप डाउन ट्रांसफार्मर बनाता वो अपने को जी वोल्टेज होगी वो बहुत ज़्यादा KVA जी KVA रेटिंग होगी वो बहुत ज़्यादा घट मिलूगी आपको वो नहीं चाहिए आपको वधिया KVA रेटिंग चाहिए क्योंकि जो आप बनाने ही लग गए आटो ट्रांसफार्मर तो वधिया लवांगे ना KVA। हुण की होगा 300 वोल्ट वाली जी साइड हैगी प्राइमरी इन्होंने आप फिक्स कर देंगे प्राइमरी में फिक्स ही कर देना ना इतने अपने जी फिक्स करती प्राइमरी इतने आपको कितनी वोल्टेज मिलूगी 3300 वोल्ट प्राइमरी में फिक्स करता 3300 वोल्ट आ 3300 वोल्ट वाली टर्न आ गया आ कितने वोल्ट वाली टर्न आ गया 230 वाली आ गया। हुण की करांगे डॉट देखांगे डॉट कित्थे लग्या हैगा A ते B इन्हों अपने
B C D रखते जी। हुण अपने डॉट लाने, इधरों C लवे इधरों A लवेगा, डॉट ला दो जी। इधरों C को हैगा डॉट, इधरों डॉट A को हैगा डॉट। हुण देखो डॉट च करंट एंटर हो रहा है, ए च करंट एंटर हो रहा है। करंट नीचे कितना जा रहा है जी 15.15 एम्पीयर। इधर करंट नीचे कितना जा रहा है 15.15 एम्पीयर करंट। बाइंडिंग च देखना गा, हमेशा याद रखनी गल, बाइंडिंग के विच ही देखना करंट। तो हुण इत्थों आ करंट इधर कितना जा रहा है, इधर नूं, इत्थों जाके करंट इधर नूं कितना जाऊगा जी 217.44 217.40 सॉरी 217.40 एम्पीयर करंट इधर जा रहा है। जे 217.40 इधर लंघ गया, 15.15 नीचे लंघ गया, तो इधरों कितना आ रहा होगा जी इनकमिंग करंट इज इक्वल टू आउटगोइंग करंट। तो इधर कितना आ रहा होगा, दोवां दा समेशन ना, लो दोवां दा समेशन देख लेने आपां कितना होगा। 217.40 च किन्ने जोड़िए 15.15 15.15 किन्ने एम्पीयर का करंट आ जाऊगा 232.54 एम्पीयर का करंट, 232.54 एम्पीयर का करंट इधरों आया होगा। ठीक है, हुण आपां नूं I2 भी पता लग गया, किहदा भला आटो ट्रांसफार्मर का I2 कितना है 217.40 एम्पीयर करंट है, तो I1 कितना है आटो का 232.54 एम्पीयर करंट है। यदी वोल्टेज कितनी है 3300 वोल्ट है, यदी वोल्टेज कितनी है I1 का करंट कितना है 232.54। तो इत्थे वोल्टेज कितनी मिलूगी जी ड्यू टू एडिटिव पोलैरिटी करके इत्थे वोल्टेज कितनी मिलूगी 3300 ये होगी, तो ये कितनी होगी 230 ये होगी, 230 वोल्ट ये होगी, 3300 ये होगी। दोवां जो आप जोड़ करांगे कितनी मिलू जी, कितनी बन जू रे 3300 जोड़ 230, 3300 जोड़ 230 कितना आ जाऊगा जी 3530 वोल्ट। इत्थे आपां नूं कितनी वोल्ट मिलूगी 3530 वोल्ट। तो आप इत्थों KVA कढ सकते हैं, KVA चाहे तो V2 वाली नूं गुणा कर लो I2 नाल, चाहे V1 नूं गुणा कर लो I1 नाल, किहड़ा मर्जी कर लो आंसर सेम ही आऊगा। चलो इनू गुणा करते हैं आप 3300 गुणा 232.54 कितना आ जाऊगा जी 3300 गुणा 232.54 लो जी 767.4 कह सकते हैं ना 767.4 KVA कितनी आ गई 767.4 KVA। इन्ने KVA का ट्रांसफार्मर बन जूगा किन्ने तो 50 तो देख लो कितना बड़ा ज़्यादा ट्रांसफार्मर बन गया। ये कनैक्शन बेस्ट कनैक्शन है एडिटिव पोलैरिटी वाली। लो जी आंसर की आ जूगा अपने को C। चलो जी अगले क्वेश्चन पे चल देंगे। एन ऑटो ट्रांसफार्मर हैविंग ट्रांसफॉर्मेशन रेशियो ऑफ 0.8 supplies a load of 10 kilo. The power transformed inductively from the primary to secondary. पावर इंडक्टिव पता करनी है जी अपने ट्रांसफार्मर रेशियो दे रखी अपन कितनी है जी 0.8 हैगी, तो पावर इनपुट कितनी हैगी 10 किलोवाट हैगी। फार्मूला कितना अपना पावर इनपुट गुणा 1 माइनस के, ये किहदे वास्ते है इंडक्टिव वास्ते है, 1 माइनस के कर देंगे। पावर इनपुट कितनी है जी 10 किलोवाट गुणा ट्रांसफॉर्मेशन रेशियो कितनी है अपने को 1 माइनस के की वैल्यू कितनी है 0.8। लो जी इनू कर दो सॉल्व, एक जो 0.8 कढ़िया कितना हुआ 10 गुणा 0.2 इनू वो गुणा करेंगे कितना आजूगा जी 2 किलोवाट। आंसर क्या आजूगा C। लो जी अगले क्वेश्चन की गल करते हैं। वट इज द पावर ट्रांसफर्ड कंडक्टिवली फ्रॉम प्राइमरी टू सेकेंडरी ऑफ एन ऑटो ट्रांसफार्मर हैविंग ट्रांसफॉर्मेशन रेशियो ऑफ 0.8 सप्लाई ए लोड ऑफ 3 किलोवाट। अगला क्वेश्चन भी सेम है जी, पावर कंडक्टिव भी पता करनी है अपने। पावर कंडक्टिव का फार्मूला की होंगे इज इक्वल टू, देखो पावर कितनी दी है इन्होंने, इनपुट पावर कितनी है 3 किलोवाट है, ट्रांसफॉर्मर रेशियो कितनी हैगी अपने को 0.8 हैगी। तो कर लो सॉल्व इनू, ਇਹਦਾ फार्मूला की होंगे कंडक्टिव का, पावर कंडक्टिव इज इक्वल टू पावर इनपुट इंटू के। पावर इनपुट कितनी है जी 3 किलोवाट हैगी, तो के कितनी अपने को 0.8 हैगी, कितना आ जाऊगा 8 दिया 24 2.4 किलोवाट। आंसर क्या आ जाऊगा जी B। चलो जी अगला क्वेश्चन कर देंगे। वट इज द पावर ट्रांसमिटेड इंडक्टिवली इन एन ऑटो ट्रांसफार्मर। पावर इंडक्टिव का पता करना है,
पहला तो पावर इंडक्टिव का फार्मूला लिखूगी इज इक्वल टू पावर इनपुट गुणा इंडक्टिव क्या है ना 1 माइनस के। ठीक है जी। चलो अगली गल हम देखते हैं की क्या है इन्होंने वट इज द पावर ट्रांसमिटेड इंडक्टिव इन एन ऑटो ट्रांसफार्मर विच सप्लाई द लोड 161 वोल्ट विद एन अप्लाइड प्राइमरी वोल्टेज 230 वोल्ट। इन्होंने प्राइमरी भी दसती अपन सैकेंडरी भी दसती। प्राइमरी वोल्टेज कितनी क्या है इन्होंने प्राइमरी वोल्टेज 230 वोल्ट हैगी तो सैकेंडरी वोल्टेज कितनी क्या है जी 161 वोल्ट क्या है इन्होंने जी सैकेंडरी 161 क्या है प्राइमरी 230 क्या है इन्हें मतलब की हो गया V2 कितनी हैगी 161 हैगी तो V1 कितनी होगी 230 वोल्ट होगी जी ट्रांसफार्मर रेशो होंगी अपने को की होंगी हैगी V2 डिवाइड बाय V1 इज इक्वल टू N2 डिवाइड बाय N1 इज इक्वल टू I1 डिवाइड बाय I2 यही होंगी ना ट्रांसफार्मर रेशो। लो जी फिर आप कढ़ लाँगे इतों V2 कितनी है 161 डिवाइड बाय 230 अपने को K की वैल्यू आ जाएगी K की वैल्यू कितनी आ जाएगी 161 ਨੂੰ ਜਦੋਂ ਆਪਾਂ ਨੇ डिवाइड किया 230 ਨਾਲ ਤਾਂ ਕਿੰਨਾ आ गया अपने को 0.7 0.7 आ गया K की वैल्यू 0.7 आ गई। ਹੁਣ इन्होंने क्या है पावर इनपुट इंटू 1 माइनस K की फार्मूला होंगे पावर इंडक्टर का फार्मूला होंगे तो पावर इनपुट अपने को हैगी है नहीं हैगी चलो कोई गल नहीं 1 माइनस K की वैल्यू कितनी है जी 0.7 0.7 कितना आ जाऊगा जो सॉल्व करके 1 एक चों 0.7 घटाया कितना आ जाऊगा 0.3 वैल्यू आ जाएगी 0.3 आंसर है नहीं है 35% ऑफ द इनपुट ये इन्होंने आंसर देखो कि मिलता 35% ऑफ द इनपुट 70% ऑफ द इनपुट 15% ऑफ द इनपुट 30% ऑफ द इनपुट अपना इतने मतलब है किन्ने परसेंट होगा इनपुट का 30% हिस्सा 30% ऑफ द इनपुट। ठीक है जी आंसर क्या आजूगा डी। चलो अगे चल देंगे लो जी अगले क्वेश्चन से चल देंगे नेगलेक्ट लॉसेज इफ द पावर ट्रांसफार्मर इंडक्टिवली इज इक्वल टू द पावर ट्रांसफार्मर कंडक्टिवली इन एन ऑटो ट्रांसफार्मर दैन द सेकेंडरी टू प्राइमरी रेशो ऑफ द ट्रांसफार्मर इज सेकेंडरी टू प्राइमरी रेशो पूछा इन्होंने ट्रांसफार्मर की होगी इन्होंने कहा पावर ट्रांसफर इंडक्टिवली कि बराबर रखना है कंडक्टिवली इंडक्टिवली का फार्मूला क्या होंगे पावर इनपुट गुणा 1 माइनस के पर पावर ट्रांसफर कंडक्टिवली का फार्मूला क्या होंगे अपने को पावर इनपुट गुणा के। देखो पावर इनपुट आप च कट जाएंगे दोवें बराबर चलेंगे। ठीक है हम अपने को 1 माइनस के इज इक्वल टू कि आ गया के आ गया 1 माइनस के इज इक्वल टू के। हम देखो 1 टाइम ही रखना इज इक्वल टू आ के नहीं रह जूगा आ के जो इधरों बराबर है तो पर जाऊगा के प्लस के कितना हो गया 2k हो जाऊगा इज इक्वल टू 2k। हम के की वैल्यू कितनी आ जाएगी अपने को 1/2 के की वैल्यू कितनी आ जाएगी 1/2 1/2 का मतलब कितना हो गया 0.5 के की वैल्यू कितनी आ गई 0.5 यानी कि क्या दिया दैन द सेकेंडरी टू प्राइमरी रेशियो ऑफ द ट्रांसफार्मर इसका मतलब V2 डिवाइड बाय V1 पूछा थे इन्हें की पूछा दिया के की वैल्यू ही पूछी थी के की वैल्यू पूछी थी के की वैल्यू कितनी आ गई अपने को 0.5। ठीक है आंसर क्या आ गया अपना ए। तो जी अगले क्वेश्चन पे चल देंगे एक टू बाइंडिंग 220 वोल्ट 110 वोल्ट 1.5 kV ट्रांसफार्मर इज रीकनेक्टेड एज 220/330 वोल्ट ऑटो ट्रांसफार्मर इट्स री रेटेड इसकी रेटिंग दोबारा की आ जाएगी। ठीक इन्होंने पूछा दो बाइंडिंग ट्रांसफार्मर जो 220 वोल्ट तो इधर दी थी उन्होंने प्राइमरी साइड 110 वोल्ट उन्होंने किधर दी थी सैकेंडरी साइड दी थी। ठीक है जी हम इस तो बाद उन्होंने की दसिया भी 1.5 kV का ट्रांसफार्मर है 1.5 kVA का ट्रांसफार्मर है आप इतों ये अपने को V1 है ये अपने को की हैगी V2 हैगी I1 कढ़ सकते हैं ना सब तो पहला काम अपना I1 होंगे I1 कढ़ो जी कितना कितना आजूगा I1 कितना आजूगा जी I1 इज इक्वल टू 1.5 kV है ना तो इन्हों अपन कि गुणा कर देंगे 1000 V बन गया डिवाइड बाय कितना 220 1.5 गुणा 1000 कितना आ गया 1500 डिवाइड बाय 220 कितना आ जाएगा जी 6.81 एम्पीयर करंट 6.81 एम्पीयर करंट इधर भी लंघूगा I1 बिजली। हम देखते हैं आप I2 का करंट की होगा I2 का करंट की होगा जी VA अपने को कितनी है 1500 डिवाइड बाय V2 की वोल्टेज कितनी है 110 वोल्ट। लो जी सॉल्व कर दो 1500 डिवाइड बाय 110 1500 डिवाइड बाय 110 कितना आ गया जी
13.63 एंपीयर करंट, 13.63 एंपीयर करंट आ गया। ये किहड़ा करंट होगा I2, 13.63 एंपीयर करंट। ਇੱਥੇ तक तो सारिਆਂ ਨੂੰ आउंदा, जमा सिंपल होंदा ਇੱਥੇ तक। ਇਹਨੂੰ ਆਪਾਂ ਨੇ A ਮੰਨ ਲਿਆ ਜੀ, ਇਹਨੂੰ B ਮੰਨ ਲਿਆ, ਇਹਨੂੰ C ਮੰਨ ਲਿਆ, ਇਹਨੂੰ D ਮੰਨ ਲਿਆ। ਇੰਨਾ ਕੰਮ ਕਰ ਲਿਆ ਜੀ। ਹੁਣ ਅਗਲਾ ਆਪਣਾ ਕੰਮ ਕੀ ਕੰਮ ਹੋਊਗਾ, ਆਪਾਂ ਨੇ ਆਟੋ ਟਰਾਂਸਫਰ ਦੇ ਵਿੱਚ ਇਹਨੂੰ ਰੀਕਨੈਕਟ ਕਰਨਾ। ਇਸੇ ਵਾਇੰਡਿੰਗ ਨੂੰ ਚੱਕ ਕੇ ਧਰਨਾ ਹੁੰਦਾ ਹੈਗਾ, ਰੀਕਨੈਕਟ ਕੁਛ ਨਹੀਂ ਕਰਨਾ ਹੁੰਦਾ ਹੈਗਾ। ਆਹ ਦੇਖੋ ਹੁਣ ਆਪਾਂ ਲਾਈਵ ਹੀ ਕਰਦੇ ਹਾਂ, ਚਾਹੇ ਥੋੜਾ ਟਾਈਮ ਵੱਧ ਲੱਗ ਜਾਏ, ਕਿਉਂਕਿ ਇਸ ਤੋਂ ਬਾਅਦ ਇਹਦੇ ਨਾਲ ਦਾ ਕੁਐਸਚਨ ਮੈਂ ਸਮਝਾਉਣਾ ਨਹੀਂ। ਹੁਣ ਦੇਖੋ ਕਿਹੜੀ ਫਿਕਸ ਕਰਨੀ ਆਪਣੇ, ਇਹਨਾਂ ਨੇ ਪ੍ਰਾਇਮਰੀ ਸਾਈਡ ਕਿੰਨੀ ਹੋਣੀ ਚਾਹੀਦੀ ਹੈ 220। ਇਹਦਾ ਮਤਲਬ ਇਹਨੇ ਕੀ ਬਣਾਏਗਾ, ਸਟੈਪ ਅਪ ਟਰਾਂਸਫਾਰਮਰ ਬਣਾਇਆ 220 ਤੋਂ 330 ਵੋਲਟ ਦਾ ਟਰਾਂਸਫਾਰਮਰ ਬਣਾਇਆ। ਇਹਨੇ ਮਤਲਬ ਕਿ ਆਪਾਂ ਨੂੰ ਪਤਾ ਲੱਗ ਗਿਆ ਸਟੈਪ ਅਪ ਦਾ ਟਰਾਂਸਫਾਰਮਰ ਬਣਾਏਗਾ। ਸਟੈਪ ਅਪ ਦਾ ਟਰਾਂਸਫਾਰਮਰ ਦੇਖੋ ਪੋਲੈਰਿਟੀ ਕਿਹੜੀ ਹੈਗੀ 220 ਚ 110 ਜੋੜੇ ਤਾਂ ਹੀ 330 ਬਣਿਆ। ਐਡਿਟਿਵ ਪੋਲੈਰਿਟੀ ਹੈਗੀ, ਪੋਲੈਰਿਟੀ ਐਡਿਟਿਵ ਹੈਗੀ। ਜੇ ਐਡਿਟਿਵ ਪੋਲੈਰਿਟੀ ਹੈ, ਇਹਨੇ ਪ੍ਰਾਇਮਰੀ ਨੂੰ ਫਿਕਸ ਕਰਿਆ 220, ਇਹਨੂੰ ਪ੍ਰਾਇਮਰੀ ਨੂੰ ਫਿਕਸ ਕਰਤਾ 220 ਵਾਲੀ। ਆਹ 200 ਵਾਲੀ ਜਿਹੜੀ ਆਹ ਵਾਇੰਡਿੰਗ ਹੈ ਇਹਦੇ ਕ੍ਰੋਸ ਕਿੰਨੀ ਵੋਲਟ ਹੈਗੀ 220 ਵੋਲਟ ਹੈਗੀ, ਤੇ ਇਹਦੇ ਕ੍ਰੋਸ ਕਿੰਨੀ ਵੋਲਟ ਹੈਗੀ 110 ਵੋਲਟ ਹੈਗੀ। ਚੱਕ ਕੀ ਰੱਖਿਆ ਨਾ। ਆਪਾਂ ਕੀ ਕਰ ਦਿੰਦੇ ਹਾਂ, ਜਿਹੜੀ ਆਹ 220 ਵਾਲੀ ਇਹਨੂੰ ਫਿਕਸ ਕਰ ਲਿਆ ਪ੍ਰਾਇਮਰੀ ਨੂੰ ਫਿਕਸ ਕਰਦੇ ਹਾਂ। ਜਿਹੜੀ ਸੈਕੰਡਰੀ ਵਾਲੀ ਹੁੰਦੀ ਹੈਗੀ, ਸੈਕੰਡਰੀ ਨੂੰ ਚੱਕ ਕੇ ਕਿੱਥੇ ਰੱਖ ਦਿੰਦੇ ਹੁੰਦੇ ਹੈਗੇ, ਇੱਥੇ ਰੱਖ ਦਿੰਦੇ ਹੁੰਦੇ, ਇਹਨੂੰ ਚੱਕ ਕੇ ਇੱਥੇ ਰੱਖ ਦਾਂਗੇ। ਠੀਕ ਹੈ, ਜਿਹੜੀ ਹੁਣ ਇਹਨੂੰ ਚੱਕ ਕੇ ਜਦੋਂ ਇੱਥੇ ਰੱਖਿਆ ਇਹਦੇ ਕ੍ਰੋਸ ਕਿੰਨੀ 110 ਵੋਲਟ ਦੀ, ਇਹਦੇ ਕ੍ਰੋਸ ਆਪਾਂ 110 ਲਿਆਂਦੀ। ਹੁਣ ਆਪਾਂ ਕੀ ਕਰਾਂਗੇ, ਇੱਥੋਂ ਇਹਦੇ ਕਨੈਕਸ਼ਨ ਬਣਾ ਲਾਂਗੇ। ਜਿਹੜੀ ਚੀਜ਼ ਨੂੰ ਫਿਕਸ ਕਰ ਦਿੰਦੇ ਉਹਦੇ ਕਨੈਕਸ਼ਨ ਪਹਿਲਾਂ ਕੱਢ ਦਿੰਦੇ ਆਪਾਂ। ਆ ਲਓ ਇਹਦੇ ਕਨੈਕਸ਼ਨ ਪਹਿਲਾਂ ਕੱਢਤੇ, ਇਹ ਬਣ ਗਈ ਆਪਣੇ ਕੋਲ ਪ੍ਰਾਇਮਰੀ। ਹੁਣ ਸੈਕੰਡਰੀ ਕਿਹੜੀ ਬਣੂਗੀ, ਆ ਲਓ ਜੀ ਇਹਦੇ ਕਨੈਕਸ਼ਨ ਆਪਣੇ ਕੱਢਤੇ। ਹੁਣ ਇਹ ਆਪਣੇ ਕੋਲ ਕਿਹੜੀ ਬਣ ਗਈ, ਸੈਕੰਡਰੀ ਬਣ ਗਈ, ਇਹ ਸੈਕੰਡਰੀ ਬਣ ਗਈ। ਅਗਲੀ ਗੱਲ ਹੁਣ ਆਪਾਂ ਨੇ ਕੀ ਕਰਨਾ ਹੈਗਾ, ਇਹਨਾਂ ਤੇ ਮਾਰਕ ਕਰਨੀਆਂ ਨੇ ਪੋਲੈਰਿਟੀਆਂ। ਇਹ ਤੇ ਮਾਰਕ ਕਰਨੇ ਨੇ ਆਪਾਂ ਨੇ ਪੋਲੈਰਿਟੀਆਂ। ਆਹ ਡਾਟ ਵੀ ਮਾਰਕ ਕਰਨੇ ਨਾਲ A ਤੇ B। ਆਹ ਨੀਚੇ ਕੀ ਹੈ ਉਰੇ A ਹੈਗਾ, ਇੱਥੇ ਕੀ ਆਪਣੇ ਕੋਲ B ਹੈਗਾ, ਇੱਥੇ ਉੱਪਰ ਆਪਣੇ ਕੋਲ C ਹੈ ਤੇ D ਹੈਗਾ, ਇੱਥੇ C ਇੱਥੇ D। ਡਾਟ ਕਿੱਥੇ ਕਿੱਥੇ ਲੱਗਿਆ, ਇਹਦੇ ਉੱਪਰ ਡਾਟ ਲੱਗਾ C ਕੋਲੇ, ਲਓ ਜੀ C ਕੋਲ ਡਾਟ ਲਾ ਲਓ। ਇੱਥੇ C ਕੋਲ ਡਾਟ ਲੱਗ ਗਿਆ, ਇੱਧਰੋਂ A ਕੋਲ ਡਾਟ ਲੱਗਿਆ ਹੈਗਾ। ਇੰਨੀ ਗੱਲ ਜਮਾ ਕਲੀਅਰ ਹੋ ਗਈ ਆਪਾਂ ਨੂੰ। ਹੁਣ ਦੇਖਣਾ ਆਪਾਂ ਨੇ ਕਰੰਟ A 'ਚ ਐਂਟਰ ਕਰ ਰਿਹਾ ਹੈਗਾ, A 'ਚ ਐਂਟਰ ਕਰ ਰਿਹਾ ਮਤਲਬ ਨੀਚੇ ਨੂੰ ਜਾ ਰਿਹਾ ਕਰੰਟ। ਡਾਟ ਦੇ ਵਿੱਚ ਐਂਟਰ ਕਰਦਾ ਹੋਇਆ ਨੀਚੇ ਨੂੰ ਜਾ ਰਿਹਾ, ਡਾਟ ਦੇ ਵਿੱਚ ਐਂਟਰ ਕਰਦਾ ਹੋਇਆ ਨੀਚੇ ਨੂੰ ਜਾ ਰਿਹਾ ਹੈਗਾ। ਕਰੰਟ ਕਿੰਨੇ ਐਂਪੀਅਰ ਦਾ ਕਰੰਟ 6 ਪੁਆਇੰਟ ਕਿੰਨਾ ਸੀ ਉਹ 81, 6.81 ਐਂਪੀਅਰ ਦਾ ਕਰੰਟ ਨੀਚੇ ਨੂੰ ਆ ਗਿਆ। ਹੁਣ C ਡਾਟ ਵਿੱਚ ਦੀ ਬਾਹਰ ਨਿਕਲੂ ਕਰੰਟ ਕਿੰਨਾ ਬਾਹਰ ਨਿਕਲੂਗਾ 13.63 ਐਂਪੀਅਰ। ਇੱਧਰ ਕਿੰਨਾ ਬਾਹਰ ਨਿਕਲਿਆ, ਇੱਥੋਂ ਇੱਧਰੋਂ ਦੀ ਕਰੰਟ ਕਿੰਨਾ ਗਿਆ 13.63। ਇਹ ਕਰੰਟ ਕਿੱਧਰ ਜਾਊਗਾ ਜੀ, ਬਾਹਰ ਨੂੰ ਹੀ ਜਾਊਗਾ। ਇੱਥੇ ਵੀ ਕਿੰਨਾ ਕਰੰਟ ਆਊਗਾ, I2 ਵੈਲਿਊ ਕਿੰਨੀ ਆ ਜਾਊਗੀ 13.63 ਐਂਪੀਅਰ ਕਰੰਟ। ਠੀਕ ਹੈ ਜੀ। ਹੁਣ ਇਸ ਤੋਂ ਬਾਅਦ I1 ਕਰੰਟ ਦੇਖਾਂਗੇ ਕਿੰਨਾ ਆਊਗਾ। I1 ਕਰੰਟ ਕਿਵੇਂ ਕੱਢਾਂਗੇ ਆਪਾਂ, ਇਨਕਮਿੰਗ ਕਰੰਟ ਇਜ਼ ਇਕੁਅਲ ਟੂ ਆਊਟਗੋਇੰਗ ਕਰੰਟ। 13.63 ਇੱਧਰ ਲੰਘ ਗਿਆ, 6.81 ਇੱਧਰ ਲੰਘ ਗਿਆ, ਤਾਂ I1 ਦਾ ਕਿੰਨਾ ਹੋਊਗਾ ਕਰੰਟ ਜੀ, ਇਹਨਾਂ ਦੋਵਾਂ ਦਾ ਸਮੇਸ਼ਨ 13.63 ਜੋੜ 6.81, 6.81 ਲਓ ਜੀ ਕਿੰਨਾ ਆ ਗਿਆ 20.44 ਐਂਪੀਅਰ ਕਰੰਟ। ਕਹਿ ਸਕਦੇ ਹਾਂ 20.45 ਐਂਪੀਅਰ ਕਰੰਟ ਕਿੱਧਰੋਂ ਆਇਆ ਜੀ, 20.45 ਐਂਪੀਅਰ ਕਰੰਟ ਕਿਹੜਾ ਹੋ ਗਿਆ I1 ਦਾ ਕਰੰਟ ਹੋ ਗਿਆ। ਠੀਕ, ਇੰਨੀ ਗੱਲ ਜਮਾ ਕਲੀਅਰ ਹੋ ਗਈ। ਵੋਲਟੇਜ ਕਿੰਨੀ ਹੈ ਇੱਧਰ, ਜਿਹੜਾ A ਤੇ B ਵਾਲੀ ਵੋਲਟੇਜ ਕਿੰਨੀ ਹੈ 220 ਹੈਗੀ, ਇੱਥੇ ਤਾਂ ਆਪਣੇ ਕੋਲ ਕਿੰਨੀ ਹੈ ਜੀ 220। ਦੱਸਿਆ ਵੀ ਇਹਨੇ 220 ਓਬਲੀਕ 330 ਦਾ ਬਣਾਉਣਾ ਹੈਗਾ, ਤਾਂ ਇੱਥੇ ਕਿੰਨੀ ਹੈ ਜੀ 220 ਤੇ 110 ਕਿੰਨੀ ਹੋਈ 330 ਹੋ ਗਈ। ਇੱਧਰ ਆਪਣੇ ਕੋਲ ਆਟੋਮੈਟਿਕ 330 ਦਾ ਬਣੂਗਾ। ਠੀਕ ਹੈ ਜੀ। ਲਓ ਹੁਣ ਆਪਾਂ ਨੇ ਕੀ ਕਰਨੀ ਸੀ, ਰੇਟਿੰਗ ਕੱਢਣੀ ਸੀ। ਰੇਟਿੰਗ ਕੱਢ ਸਕਦੇ ਹੈਗੇ, ਰੇਟਿੰਗ KVA ਰੇਟਿੰਗ ਕਿਵੇਂ ਨਿਕਲੂਗੀ V1 ਇੰਟੂ I1, ਜਾਂ ਤਾਂ ਇਹਦੇ ਨਾਲ ਕੱਢ ਲਓ ਜਾਂ ਫਿਰ ਦੂਜਾ ਤਰੀਕਾ V2 ਇੰਟੂ I2। ਇਹਨਾਂ ਦੇ ਆਹ ਕਰੰਟ ਆਹ ਇਹਦਾ I2 ਹੋ ਗਿਆ, ਆਹ ਇਹਦੀ V2 ਹੋ ਗਈ, ਆਹ ਇਹਦੀ V1 ਹੋ ਗਈ, ਆਹ ਇਹਦਾ I1 ਹੋ ਗਿਆ। ਚਲੋ ਹੁਣ ਕਰੋ ਇਹਨੂੰ ਸੋਲਵ। V1 ਕਿੰਨਾ ਜੀ 220 ਗੁਣਾ I1 ਕਿੰਨਾ ਗਾ 20.45, 20.45। ਜਦੋਂ ਇਹਨੂੰ ਸੋਲਵ ਕਰਾਂਗੇ ਕਿੰਨਾ ਆ ਜਾਊਗਾ ਜੀ ਆਪਣੇ ਕੋਲ 20.45 ਗੁਣਾ 220, 4498.2, 4400 ਕਿੰਨਾ ਆ ਜਾਊਗਾ ਜੀ ਆਪਣੇ ਕੋਲ 4498.2 VA। ਜਿਹਨੂੰ KVA 'ਚ ਕਨਵਰਟ ਕਰਨਾ ਗਾ 1 2 3 ਛੱਡ ਕੇ ਪੁਆਇੰਟ ਲਾ ਲਓ 4.4982 KVA ਆ ਕਹਿ ਸਕਦੇ ਆਪਾਂ 4.49। ਇਹਦਾ ਆਂਸਰ ਕੀ ਆ ਜੂਗਾ ਜੀ ਆਪਣੇ ਕੋਲ A ਗਲਤ, C B D। B ਆਂਸਰ ਆ ਜੂ ਇਹਦਾ, ਕਰੈਕਟ ਆਂਸਰ ਕੀ ਹੈ ਇਹਦਾ B। ਮੇਰੇ ਖਿਆਲ ਨਾਲ ਜਿੱਥੇ ਤੱਕ ਮੈਨੂੰ ਲੱਗਦਾ ਹੈਗਾ ਹੁਣ ਤੱਕ ਤੁਹਾਨੂੰ ਸਾਰਾ ਕਲੀਅਰ ਹੋ ਗਿਆ ਹੋਣਾ A to Z ਵੀ ਆਪਾਂ ਨੇ
ਕਿਵੇਂ ਇਹਨੂੰ ਸੋਲਵ ਕਰਨਾ ਹੈਗਾ ਆਟੋ ਟਰਾਂਸਫਾਰਮਰ ਨੂੰ। ਠੀਕ ਹੈ ਜੀ, ਚਲੋ ਇੱਕ ਅੱਧਾ ਕੁਐਸਚਨ ਹੋਰ ਦੇਖ ਲੈਣਾ, ਇਸ ਤੋਂ ਬਾਅਦ ਆਪਾਂ ਐਂਡ ਕਰ ਦਾਂਗੇ ਵੀਡੀਓ ਦਾ। ਚਲੋ ਜੀ ਅਗਲਾ ਕੁਐਸਚਨ ਦੇਖ ਦੇਂਗੇ। A 400/100 volt 10 kVA 2 winding transformer is reconnected as auto transformer crosses suitable voltage source. The maximum rating of such an arrangement could be, maximum rating ਪੁੱਛਿਆ ਇਹਨਾਂ ਨੇ KVA ਦੀ ਮੈਕਸਿਮਮ ਰੇਟਿੰਗ ਕਿੰਨੀ ਹੋਊਗੀ ਜਦੋਂ ਆਪਾਂ ਨੇ ਇਹਨੂੰ ਆਟੋ 'ਚ ਕਨਵਰਟ ਕਰਤਾ। ਜਦੋਂ ਆਪਾਂ ਨੇ ਆਟੋ 'ਚ ਕਨਵਰਟ ਕਰਤਾ KVA ਰੇਟਿੰਗ ਦੱਸੋ ਕਿੰਨੀ ਹੋਊਗੀ। ਦੇਖੋ ਹਿੰਟ ਦੇਣ ਦੀ ਲੋੜ ਹੈਗੀ, ਮੈਨੂੰ ਤਾਂ ਨਹੀਂ ਲੱਗਦਾ ਲੋੜ ਹੈ। ਵੀਡੀਓ ਨੂੰ ਸਟਾਪ ਕਰੋ, ਠੀਕ ਹੈ, ਤੇ ਇਹਨੂੰ ਧਿਆਨ ਨਾਲ ਸੋਲਵ ਕਰੋ ਸਾਰੇ ਕੁਐਸਚਨ। ਪਹਿਲਾਂ ਸਭ ਤੋਂ ਪਹਿਲਾ ਸਟੈਪ ਕੀ ਕਰਨਾ ਤੁਸੀਂ ਨੇ, 2 ਵਾਈਂਡਿੰਗ ਟਰਾਂਸਫਰ ਦੀ ਡਾਇਗਰਾਮ ਬਣਾਉਣੀ ਹੈਗੀ। ਠੀਕ ਹੈ, ਫਿਰ ਆਪਾਂ ਨੇ ਕੀ ਕਰਨਾ ਹੈਗਾ, ਦੂਜਾ ਸਟੈਪ ਉਹ 'ਚੋਂ ਕਰੰਟ ਪਤਾ ਕਰਨਾ ਹੈਗਾ I1 ਵੀ ਤੇ I2 ਵੀ। ਤੀਜਾ ਕੀ ਕਰਾਂਗੇ ਆਪਾਂ ਨੇ, ਆਟੋ ਦੀ ਡਾਇਗਰਾਮ ਬਣਾਉਣੀ ਹੈਗੀ, ਵਾਈਂਡਿੰਗ ਨੂੰ ਚੱਕ ਕੇ ਇੱਕ ਦੂਜੇ ਦੇ ਉੱਪਰ ਰੱਖਣਾ। ਚੌਥਾ ਕੀ ਕਰਨਾ ਆਪਾਂ ਨੇ, ਕਰੰਟ ਦੀ ਡਾਇਰੈਕਸ਼ਨ ਡਿਸਾਈਡ ਕਰਨੀ ਹੈਗੀ, ਕਰੰਟ ਦੀ ਡਾਇਰੈਕਸ਼ਨ ਡਿਸਾਈਡ ਕਰਨੀ ਹੈਗੀ। ਕਰੰਟ ਦੀ ਡਾਇਰੈਕਸ਼ਨ ਡਿਸਾਈਡ ਕਰਨ ਤੋਂ ਬਾਅਦ ਇਨਕਮਿੰਗ ਕਰੰਟ ਇਕੁਅਲ ਟੂ ਆਊਟਗੋਇੰਗ ਕਰੰਟ ਕਰਕੇ I1 ਦੀ ਵੈਲਿਊ ਪਤਾ ਕਰਨੀ ਹੈਗੀ। ਠੀਕ ਹੈ ਜੀ, ਫਿਰ ਆ ਗਿਆ ਪੰਜਵਾਂ ਕੰਮ। ਪੰਜਵਾਂ ਕੰਮ ਆਪਾਂ ਨੇ ਕੀ ਕਰਨਾ, ਵੋਲਟੇਜ ਲਿਖਣੀ ਨਹੀਂ ਹੈ। ਵੋਲਟੇਜ V1 ਦੇ ਕ੍ਰੋਸ ਕਿੰਨੀ ਹੋਊਗੀ ਤੇ V2 ਦੀ ਕ੍ਰੋਸ ਕਿੰਨੀ ਹੋਊਗੀ। ਆਪਾਂ ਨੇ ਜਿਹੜੀ ਇਹਦੇ 'ਚ ਪੋਲੈਰਿਟੀ ਰੱਖਣੀ, ਇਹਨਾਂ ਨੇ ਕੁਝ ਵੀ ਨਹੀਂ ਦੱਸਿਆ ਨਾ। ਪੋਲੈਰਿਟੀ ਆਪਾਂ ਨੇ ਕਿਹੜੀ ਰੱਖਣੀ ਹੈ, ਐਡਿਟਿਵ ਪੋਲੈਰਿਟੀ ਰੱਖਣੀ ਹੈ। ਐਡਿਟਿਵ ਪੋਲੈਰਿਟੀ ਨਾਲ ਆਪਾਂ ਨੂੰ ਵੱਧ ਤੋਂ ਵੱਧ KVA ਮਿਲੂ। ਠੀਕ ਹੈ ਜੀ, ਤੇ ਟਰਾਂਸਫਾਰਮਰ ਨੂੰ ਕਿਹੋ ਜਿਹਾ ਬਣਾਵਾਂਗੇ ਆਪਾਂ, ਸਟੈਪ ਅਪ ਜਾਂ ਸਟੈਪ ਡਾਊਨ, ਸਟੈਪ ਅਪ ਟਰਾਂਸਫਾਰਮਰ ਬਣਾਵਾਂਗੇ। ਠੀਕ ਹੈ ਜੀ, ਸਟੈਪ ਅਪ ਟਰਾਂਸਫਾਰਮਰ ਬਣਾਵਾਂਗੇ। ਹੁਣ ਦੇਖੋ ਛੇਵਾਂ ਕੰਮ ਕੀ ਹੋਊਗਾ, ਵੋਲਟੇਜ ਪਤਾ ਲੱਗ ਗਿਆ। ਹੁਣ ਆਪਾਂ ਕੱਢਾਂਗੇ KVA ਰੇਟਿੰਗ। KVA ਰੇਟਿੰਗ ਕਿਵੇਂ ਕੱਢਾਂਗੇ, V1 into I1 ਜਾਂ ਫਿਰ V2 into I2। ਲਓ ਜੀ ਇਹਨੂੰ ਸੋਲਵ ਕਰੋ, ਮੈਨੂੰ ਯਕੀਨ ਹੈਗਾ, ਪੱਕਾ ਮੈਨੂੰ ਯਕੀਨ ਹੈ 100% ਸ਼ੋਰਟੀ ਨਾਲ ਹੁਣ ਮੈਂ ਕਹਿ ਸਕਦਾ ਹਾਂ ਤੁਸੀਂ ਇਹਦਾ ਆਨਸਰ ਬਿਲਕੁਲ ਸਹੀ ਕੱਢੋਗੇ। ਚਲੋ ਜੀ ਅਗਲਾ ਕੁਐਸਚਨ ਕਰ ਦਾਂਗੇ। ਇਨ ਐਨ ਆਟੋ ਟਰਾਂਸਫਾਰਮਰ ਆਫ ਵੋਲਟੇਜ ਰੇਸ਼ੋ V1/V2। ਆਟੋ ਟਰਾਂਸਫਰ ਜਿਹੜੀ ਵੋਲਟੇਜ ਦੀ ਰੇਸ਼ੋ ਹੈਗੀ ਉਹ ਕੀ ਹੈ, V1/V2 ਹੈ। ਐਂਡ V1 ਇਜ਼ ਗ੍ਰੇਟਰ ਦੈਨ V2, ਕਹਿੰਦਾ V1 ਵੱਡਾ ਹੈਗਾ V2 ਨਾਲੋਂ। ਦ ਫ੍ਰੈਕਸ਼ਨ ਆਫ ਦਾ ਪਾਵਰ ਟਰਾਂਸਫਰਡ ਇੰਡਕਟਿਵਲੀ ਇਜ਼, ਪਾਵਰ ਟਰਾਂਸਫਰਡ ਇੰਡਕਟਿਵਲੀ ਦਾ ਫਾਰਮੂਲਾ ਕਿੰਨਾ ਹੈਗਾ, ਪਾਵਰ ਇਨਪੁਟ ਗੁਣਾ 1 - K। ਇਹੀ ਹੁੰਦਾ ਨਾ। ਦੇਖੋ ਇੱਥੇ ਕੀ ਲਿਖਿਆ, V1 ਇਜ਼ ਗ੍ਰੇਟਰ ਦੈਨ V2, ਇਹਦਾ ਮਤਲਬ V1 ਵੱਡੀ ਹੈਗੀ ਤੇ V2 ਕੀ ਹੈਗੀ, ਛੋਟੀ ਹੈਗੀ। ਠੀਕ ਹੈ ਜੀ, ਇੰਨੀ ਗੱਲ ਹੋ ਗਈ ਕਲੀਅਰ। ਚਲੋ ਹੁਣ ਦੇਖਦੇ ਹਾਂ ਇਹਨਾਂ ਨੇ ਕੀ ਕਿਹਾ, ਫ੍ਰੈਕਸ਼ਨ ਆਫ ਦਾ ਪਾਵਰ ਟਰਾਂਸਫਰਡ ਇੰਡਕਟਿਵਲੀ। K ਦੀ ਵੈਲਿਊ ਕੀ ਹੋਊਗੀ, K ਆਪਣੇ ਕੋਲ ਹੁੰਦੀ ਹੈ ਟਰਾਂਸਫਾਰਮੇਸ਼ਨ ਰੇਸ਼ੋ, ਉਹ ਕੀ ਹੁੰਦੀ ਹੈ ਆਪਣੇ ਕੋਲ V2/V1 ਇਜ਼ ਇਕੁਅਲ ਟੂ I1/I2 ਇਜ਼ ਇਕੁਅਲ ਟੂ N2/N1। ਠੀਕ ਹੈ ਜੀ, ਇਹ ਆਪਣੇ ਕੋਲ K ਦੀ ਵੈਲਿਊ ਹੁੰਦੀ ਹੈ। ਹੁਣ K ਦੀ ਵੈਲਿਊ ਆਪਣੇ ਕੋਲ V2/V1 ਹੈ ਨਾ, ਤਾਂ ਆਪਾਂ ਇੱਥੇ V2/V1 ਹੀ ਭਰਾਂਗੇ। ਕੀ ਪਾਵਰ ਇਨਪੁੱਟ ਛੱਡੋ ਕਿਉਂਕਿ ਆਪਾਂ ਨੂੰ ਕੁਛ ਵੀ ਦਿੱਤਾ ਹੋਇਆ ਹੈਗਾ, ਤਾਂ 1 - V2/V1 ਇਹਨੂੰ ਸੋਲਵ ਕਰਾਂਗੇ। ਹੁਣ ਆਪਾਂ V1 ਇਹਦੇ ਨਾਲ ਮਲਟੀਪਲਾਈ ਕਰਾਂਗੇ ਕਿਉਂਕਿ ਉੱਤਮ ਲੈ ਕੇ ਵੀ ਜਦੋਂ ਸੋਲਵ ਕਰਾਂਗੇ ਆਪਾਂ V1 ਇਹਨੂੰ ਇਹਦੇ ਨਾਲ ਗੁਣਾ ਕਰਤੀ, ਕ੍ਰਾਸ ਮਲਟੀਪਲਾਈ ਕਰ ਦਿਓ, ਇਹਦੇ ਵਾਟੇ ਵੀ ਇੱਕ ਹੈ ਨਾ, ਕ੍ਰਾਸ ਮਲਟੀਪਲਾਈ ਕਰ ਦਿਓ। V1 - V2 ਡਿਵਾਈਡ ਬਾਈ ਕਿੰਨਾ ਆ ਜਾਊਗਾ, V1। ਦੇਖ ਲਓ ਕਿਹੜਾ ਆਨਸਰ, ਆਹ ਆਨਸਰ ਆ ਗਿਆ ਆਪਣੇ ਕੋਲ। ਸੋਲਵ ਕਰਕੇ ਇਹਨੂੰ ਆਨਸਰ ਕੀ ਆ ਜਾਊਗਾ, D। ਮੇਰੇ ਖਿਆਲ ਨਾਲ ਹੁਣ ਤੁਹਾਨੂੰ ਸਾਰਾ ਆਟੋ ਟਰਾਂਸਫਾਰਮਰ ਕਲੀਅਰ ਹੋ ਗਿਆ ਹੋਊਗਾ, ਪਹਿਲੀ ਗੱਲ। ਦੂਜੀ ਗੱਲ, ਰਹਿੰਦੇ ਕੁਐਸਚਨ ਤੁਸੀਂ JV ਗੁਪਤਾ 'ਚੋਂ ਚੱਕ ਲਓ, BK ਮਹਿਤਾ 'ਚੋਂ ਚੱਕ ਲਓ। ਹੁਣ ਤੁਸੀਂ ਸਾਰੇ ਕੁਐਸਚਨ ਕਰ ਪਾਓਗੇ ਆਰਾਮ ਨਾਲ, ਕੁਛ ਨਹੀਂ ਕਰਨਾ ਹੈਗਾ। 2 ਵਾਈਂਡਿੰਗ ਨੂੰ ਖਿੱਚ ਲੈ ਕੇ ਆਉਣਾ, ਪਹਿਲਾਂ ਉਹਦੇ ਕਰੰਟ ਕੱਢੋ, ਫਿਰ ਉਹਨੂੰ ਆਟੋ ਬਣਾਓ। ਠੀਕ ਹੈ, ਫਿਰ ਕਰੰਟ ਦੀ ਡਾਇਰੈਕਸ਼ਨ ਡਿਸਾਈਡ ਕਰੋ, ਫਿਰ V1 V2 ਲਿਖ ਦਿਓ, ਫਿਰ ਆਪਣੇ KVA ਕੱਢ ਦਿਓ। ਬਸ ਕੀ ਪੁੱਛੂ ਉਹ, ਵੱਧ ਤੋਂ ਵੱਧ V1 ਪੁੱਛ ਲੂਗਾ ਇੱਕ ਕੁਐਸਚਨ ਦੇ ਵਿੱਚ, ਕਿਸੇ 'ਚ ਉਹ I1 ਪੁੱਛ ਲੂਗਾ, ਕਿਸੇ 'ਚ ਕੁਛ ਪੁੱਛ ਲੂਗਾ। ਜ਼ਿਆਦਾਤਰ ਉਹ ਕੀ ਪੁੱਛਦਾ ਹੁੰਦਾ ਹੈਗਾ, KVA ਪੁੱਛਦਾ ਹੁੰਦਾ ਹੈਗਾ। ਲਓ ਜੀ ਸਿੰਪਲ ਸੀਗਾ ਸਾਰਾ। ਥੈਂਕ ਯੂ ਸੋ ਮਚ।